स्वागत बहुत बहुत स्वागत है जी। गल्लां ते गीत दे विच मुलाकात होती है पर मुलाकात नहीं होती, बूंदाबांदी सी है पर बरसात नहीं होती, अहले इश्क किया है तो करके दिखाओ, मोहब्बत सिर्फ सोचने वालों के बस की बात नहीं होती। ये मोहब्बत है, ये प्यार है, ये यकीन है, भरोसा है ਜਿਹੜਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਜਾਂਦੇ ਆ ਗੱਲਾਂ ਤੇ ਗੀਤ ਲੈ ਕੇ। ਸੱਚ ਜਾਣਿਓ ਇਹ ਮੁਹੱਬਤਾਂ ਦਾ ਪੈਗਾਮ ਦੇਣ ਵਾਸਤੇ ਹੀ ਇਹ ਗੱਲਾਂ ਤੇ ਗੀਤ ਪ੍ਰੋਗਰਾਮ ਤਿਆਰ ਕੀਤਾ ਜਾਂਦਾ। ਮੈਂ ਗਗਨਦੀਪ ਸੋਂਧੀ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਬੰਦਾ ਸਵੇਰੇ ਉੱਠਦਾ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦਾ, ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਸੰਘਰਸ਼ ਬਹੁਤ ਜ਼ਰੂਰੀ ਹੈ ਮਕਸਦ ਨੂੰ ਪਾਉਣ ਵਾਸਤੇ। ਕਾਮਯਾਬ ਬੰਦਾ ਉਹ ਨਹੀਂ ਫਿਰ ਹੁੰਦਾ ਜਿਹੜਾ ਜਾਂ ਤਾਂ ਫਿਰ ਸੰਘਰਸ਼ ਸ਼ੁਰੂ ਹੀ ਨਹੀਂ ਕਰਦਾ ਅਤੇ ਜਾਂ ਫਿਰ ਉਹਨਾਂ ਨੂੰ ਤੋੜ ਨਹੀਂ ਚੜਾਉਂਦਾ। ਸੋ ਜਿਹੜੇ ਤੋੜ ਚੜਾ ਦਿੰਦੇ ਆ ਉਹ ਫਿਰ ਉਹਨਾਂ ਦਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਨਾਮ ਵੀ ਲਿਖਿਆ ਜਾਂਦਾ। ਅਤੇ ਹਾਰ ਉਸ ਵੇਲੇ ਹੁੰਦੀ ਹੈ ਜਿਸ ਵੇਲੇ ਹਾਰ ਅਸੀਂ ਮੰਨ ਲੈਂਦੇ ਹਾਂ। ਜਿਨ੍ਹਾਂ ਨੇ ਹਾਰ ਨਹੀਂ ਮੰਨੀ ਉਹਨਾਂ ਦਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਨਾਮ ਲਿਖਿਆ ਜਾਂਦਾ। ਸੋ ਅੱਜ ਜੇ ਮੈਂ ਗੱਲ ਕਰਾਂ ਤਾਂ ਅੱਜ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ 328ਵੇਂ ਦਿਨ ਦੇ ਵਿੱਚ ਅਸੀਂ ਪ੍ਰਵੇਸ਼ ਕੀਤਾ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਇਤਿਹਾਸ ਦੀ, ਸਾਡੀ ਪਿੱਠ 'ਤੇ ਖੜ੍ਹਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰਾਂਗੇ ਉੱਤੇ। ਅਸੀਂ ਜਾਣਦੇ ਹਾਂ ਕਿੰਝ ਕੁਰਬਾਨ ਹੋਣਾ ਸੋਹਣੇ ਦੇਸ਼ ਦੀ ਇੱਕ ਇੱਕ ਮੰਗ ਉੱਤੇ, ਸੋਹਣੇ ਦੇਸ਼ ਦੀ ਇੱਕ ਇੱਕ ਮੰਗ ਉੱਤੇ ਜਿਨ੍ਹਾਂ ਨੇ ਕੁਰਬਾਨ ਹੋਣਾ ਸਿੱਖਿਆ, ਜਿਨ੍ਹਾਂ ਨੇ ਦੇਸ਼ ਭਗਤੀ ਦੇ ਇੱਕ ਸੁੱਕੇ ਹੋਏ ਮਾਰੂਥਲਾਂ ਦੇ ਵਿੱਚ ਆਪਣੀ ਕੋਸ਼ਿਸ਼ ਦੇ ਨਾਲ ਨਦੀਆਂ ਵਹਾਉਣ ਦੀ ਕੋਸ਼ਿਸ਼ ਕੀਤੀ ਹੈ, ਯਤਨ ਕੀਤਾ, ਸੂਰਜਾਂ ਨੂੰ ਫੜ ਕੇ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹੋ ਜਿਹੇ ਜਜ਼ਬੇ ਨੂੰ ਅੱਜ ਸਲਾਮ ਕਰਦੇ ਹਾਂ। ਅੱਜ ਵੀਰਾਂਗਨੀ ਮਰਦਾਨੀ ਝਾਂਸੀ ਦੀ ਰਾਣੀ ਨੂੰ ਚੇਤੇ ਕਰਨਾ ਸੀ। ਜਦੋਂ ਅਸੀਂ ਗੱਲ ਲਕਸ਼ਮੀ ਬਾਈ ਦੀ ਕਰਦੇ ਹਾਂ ਅਤੇ ਸਿਰ ਸਾਡਾ ਮਨ ਸਾਡਾ ਤਨ ਸਾਡੇ ਪੂਰੇ ਦਾ ਪੂਰਾ ਜਾਹੋ ਜਲਾਲ ਫਖਰ ਦੇ ਨਾਲ ਉੱਚਾ ਹੋ ਜਾਂਦਾ ਕਿ ਵਾਕਈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅੰਮ੍ਰਿਤ ਦੀ ਬੂੰਦੀ ਕਾਫੀ ਅੱਗ ਬੁਝਾਉਣ ਲਈ, ਇੱਕੋ ਸਿਰ ਹੀ ਕਾਫੀ ਹੁੰਦਾ ਕੌਮ ਜਗਾਉਣ ਲਈ। ਕੌਮ ਨੂੰ ਜਦੋਂ ਜਗਾਉਣਾ ਹੋਵੇ ਤਾਂ ਸਿਰ ਇੱਕੋ ਹੀ ਕਾਫੀ ਹੁੰਦਾ, ਬਸ ਕਾਫਲਾ ਫਿਰ ਬਾਅਦ ਤੋਂ ਬਣਦਾ ਹੀ ਰਹਿੰਦਾ। ਜਦੋਂ ਇਹੋ ਜਿਹਾ ਸੰਜੀਦਾ ਵਿਸ਼ਾ ਹੋਵੇ, ਗੰਭੀਰ ਵਿਸ਼ਾ ਹੋਵੇ ਤਾਂ ਮੇਰੇ ਨਾਲ ਮੇਰੇ ਸੱਜੇ ਹੱਥ ਇੱਕ ਮੁਅੱਜ਼ਜ਼ ਮਹਿਮਾਨ ਬੈਠੇ ਹੁੰਦੇ ਨੇ। ਸੋ ਇਹੋ ਜਿਹੀ ਸ਼ਖਸੀਅਤ ਜਦੋਂ ਅਸੀਂ ਗੱਲ ਕਰਾਂਗੇ ਤਾਂ ਤੁਹਾਨੂੰ ਵੀ ਗੱਲ ਕਰਕੇ ਪਤਾ ਲੱਗੇਗਾ ਕਿ ਵਾਕਈ ਗੱਲ ਕਾਰ ਨੇ ਉਹ। ਔਰ ਦੂਜੀ ਗੱਲ ਇਹ ਹੈ ਕਿ ਜਦੋਂ ਪ੍ਰੋਫੈਸਰਸ ਨੂੰ ਪੜ੍ਹਾਉਣ ਵਾਲੇ ਆ ਜਾਣ ਤਾਂ ਫਿਰ ਹੋਰ ਵੀ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਤੀਸਰੀ ਗੱਲ ਇਹ ਹੈ ਕਿ ਉਹਨਾਂ ਦੇ ਬਿਨਾਂ ਗੁਜ਼ਾਰੇ ਨਹੀਂ ਅਤੇ ਉਹਨਾਂ ਦੇ ਵਰਗੇ ਸਾਰੇ ਨਹੀਂ, ਉਹ ਇਕੱਲੇ ਹੀ ਨੇ। ਸੋ ਇਹੋ ਜਿਹੀ ਸ਼ਖਸੀਅਤ ਤੁਹਾਡੇ ਰੂਬਰੂ ਮੇਰੇ ਸੱਜੇ ਹੱਥ ਵਿਰਾਜਮਾਨ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਉੱਤੇ ਜਿਨ੍ਹਾਂ ਨੇ ਗੱਲਬਾਤ ਕਰਨੀ ਹੈ। ਮੈਂ ਗੱਲ ਕਰਨ ਜਾ ਰਿਹਾ ਜੀ ਪ੍ਰੋਫੈਸਰ ਤ੍ਰਿਪਤਾ ਹਾਂਡਾ ਜੀ ਦੀ, ਜਿਹੜੇ ਕਿ ਫਾਰਮਰ ਹੈੱਡ ਆਫ ਦੀ ਡਿਪਾਰਟਮੈਂਟ ਆਫ ਪੋਲੀਟੀਕਲ ਸਾਇੰਸ ਆਫ SD ਕਾਲਜ ਜਲੰਧਰ ਤੋਂ ਸਾਡੇ ਕੋਲ ਇਸ ਵੇਲੇ ਆਏ ਨੇ। ਸਮਾਜ ਸੇਵਿਕਾ ਵੀ ਨੇ ਅਤੇ ਨਾਲ ਦੇ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਵੀ ਨੇ ਔਰ ਜਿਹੜੇ ਪੜ੍ਹਾਉਂਦੇ ਨੇ ਉਹਨਾਂ ਨੂੰ ਵੀ ਪੜ੍ਹਾਉਂਦੇ ਨੇ। ਸੋ ਮੈਮ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਬੜਾ ਗੰਭੀਰ, ਅੱਜ ਬੜਾ ਸੰਜੀਦਾ ਵਿਸ਼ਾ ਆਪਾਂ ਲਿਆ ਲਕਸ਼ਮੀ ਬਾਈ ਜੀ ਦਾ। ਦਿਲ ਦੇ ਵਿੱਚ ਇੱਕ ਨਾ ਕਹਿੰਦੇ ਲੂੰ ਕੰਡੇ ਖੜੇ ਕਰਨ ਵਾਲਾ ਜਿਹੜਾ ਹੈ ਨਾ ਇੱਕ ਇਹੋ ਜਿਹੀ ਸ਼ਖਸੀਅਤ ਸੀ। ਆਪਾਂ ਰਵਾਇਤੀ ਤੌਰ ਦੇ ਉੱਤੇ ਜੇ ਸ਼ੁਰੂਆਤ ਕਰ ਲਈਏ ਅਤੇ ਉਹਨਾਂ ਦੇ ਮੁੱਢਲੇ ਜੀਵਨ ਤੋਂ ਸ਼ੁਰੂ ਕਰ ਲਈਏ। ਰਾਈਟ, ਬਿਲਕੁਲ। ਇਹ ਮੁੱਦਾ ਜਿਹੜਾ ਇਸ਼ੂ ਅੱਜ ਆਪਾਂ ਲੈ ਰਹੇ ਹਾਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਵਿੱਚ, ਜਿੱਦਾਂ ਤੁਸੀਂ ਹੁਣੇ ਕਿਹਾ ਕਿ ਇੱਕ ਬੂੰਦ ਹੀ ਕਾਫੀ ਹੁੰਦੀ ਹੈ। ਮੈਂ ਇਸ ਗੱਲ ਨੂੰ ਪੂਰੀ ਤਰ੍ਹਾਂ ਦੇ ਨਾਲ ਸਹਿਮਤ ਹਾਂ ਕਿ ਲਕਸ਼ਮੀ ਬਾਈ ਜਿਸ ਵਕਤ 19 ਨਵੰਬਰ 1828 ਵਿੱਚ ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਉਹ ਵਾਕਿਆ ਹੀ ਉਹ ਦਿਨ ਉਸ ਮਾਤਾ ਪਿਤਾ ਵਾਸਤੇ ਵੀ ਖਾਸ ਸੀ ਅਤੇ ਅੱਜ ਵੀ ਸਾਡੇ ਲਈ ਵੀ ਉਹ ਦਿਨ ਖਾਸ ਹੀ ਬਣਿਆ ਹੋਇਆ ਹੈਗਾ। ਕਿਉਂਕਿ ਲਕਸ਼ਮੀ ਬਾਈ ਜੀ ਦਾ ਜਿਹੜਾ ਜਨਮ ਹੈ ਉਹ ਇੱਕ ਮਰਾਠਾ ਪਰਿਵਾਰ ਵਿੱਚ ਹੋਇਆ ਬਨਾਰਸ ਦੇ ਅੰਦਰ। ਔਰ ਸ਼ੁਰੂ ਤੋਂ ਹੀ ਜਿਹੜੀ ਉਹਨਾਂ ਦੇ ਮਾਤਾ ਸੀ ਉਹਨਾਂ ਦਾ ਨਾਮ ਭਗੀਰਥੀ ਅਤੇ ਪਿਤਾ ਦਾ ਨਾਮ ਮੋਰੋ ਪੰਥ ਤਾਂਬੇ ਸੀ। ਬਿਕੋਜ਼ ਕਿਸੇ ਤਾਂਬੇ ਗਾਉਂ ਨੂੰ ਉਹ ਬਿਲੋਂਗ ਵੀ ਕਰਦੇ ਸੀ। ਅਤੇ ਜਿਹੜੇ ਪਿਤਾ ਜੀ ਸੀਗੇ ਉਹ ਆਪਣਾ ਪੇਸ਼ਵਾ ਬਾਜੀ ਰਾਓ ਸੈਕਿੰਡ ਜਿਹੜੇ ਕਿ ਬਿਠੋਰ ਸਿਆਸਤ ਦੇ ਉਹ ਸੀ ਸ਼ਾਸਕ, ਉੱਥੇ ਕੰਮ ਕਰਦੇ ਸੀ। ਅਤੇ ਆਪਣਾ ਲਕਸ਼ਮੀ ਬਾਈ ਹਜੇ 3 ਸਾਲ ਦੀ ਹੋਈ ਸੀਗੀ ਕਿ ਮਾਤਾ ਜੀ ਦਾ ਦੇਹਾਂਤ ਹੋ ਗਿਆ। ਅਤੇ ਲਕਸ਼ਮੀ ਬਾਈ ਦੀ ਜਿਹੜੀ ਪਾਲਣਾ ਹੈ ਉਹ ਮੁੱਢਲੇ ਤੌਰ 'ਤੇ ਪਿਤਾ ਜੀ ਦੇ ਹੱਥੋਂ ਹੀ ਹੋਈ
ਜਿਵੇਂ ਹੁਣ ਅਸੀਂ ਦੱਸ ਰਹੇ ਹਾਂ ਵੀ ਇੱਕ ਲక్ష్ਮੀ ਬਾਈ, ਇੱਕ ਝਾਂਸੀ ਦੀ ਰਾਣੀ, ਹਾਂਜੀ। ਇੱਕ ਮਨੂ ਤੋਂ ਮਨੀਕਰਨਿਕਾ, ਹਾਂਜੀ। ਇੱਕ ਸੋਚ ਦਾ ਨਾਂ, ਇੱਕ ਇਨਕਲਾਬ ਦਾ ਨਾਂ, ਹੈ ਨਾ ਜੀ। ਹਾਂਜੀ। ਔਰ ਏਡਾ ਵੱਡੇ ਵੱਡੇ ਜਿਹੜੇ ਲਫ਼ਜ਼ ਆ ਜਦੋਂ ਅਸੀਂ ਅੱਜ ਵਰਤੋਂ ਕਰਦੇ ਹਾਂ ਤੇ ਸਾਡੇ ਮਨ ਦੇ ਵਿੱਚ ਇੱਕ ਜਜ਼ਬਾ ਫਿਰ ਉਤਪੰਨ ਹੋ ਜਾਂਦਾ ਵੀ ਵਾਕਈ ਅੱਜ ਕਿਸੇ ਲਹਿਰ ਦੀ ਗੱਲ ਕਰ ਰਹੇ ਹਾਂ। ਸੋ ਉਹਨਾਂ ਲਹਿਰਾਂ ਦੇ ਨਾਲ ਅਸੀਂ ਸ਼ਸਤਰ ਵਿੱਦਿਆ ਨੂੰ ਜੋੜਨਾ। ਸੋ ਝਾਂਸੀ ਦੀ ਰਾਣੀ ਜਾਂ ਲక్ష్ਮੀ ਬਾਈ ਜਦੋਂ ਉਹਨਾਂ ਦਾ ਮੁੱਢਲਾ ਜੀਵਨ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਵਿੱਚ ਉਹਨਾਂ ਨੇ ਸ਼ਸਤਰ ਵਿੱਦਿਆ ਵੀ ਹਾਸਲ ਕੀਤੀ ਕੋਈ? ਬਿਲਕੁਲ, ਕਿਉਂਕਿ ਲక్ష్ਮੀ ਬਾਈ ਦੀ ਜਿਹੜੀ ਪਾਲਣਾ ਹੈਗੀ ਹੈ, ਜਦੋਂ ਪਿਤਾ ਜੀ ਕਰ ਰਹੇ ਸੀਗੇ ਤਾਂ ਉਹਨਾਂ ਦਾ ਜਿਹੜਾ ਲਿਖਣ ਪੜ੍ਹਨ ਦਾ ਕੰਮ ਸੀਗਾ ਤਾਂ ਉਹ ਤਾਂ ਘਰ ਦੇ ਅੰਦਰ ਚੱਲ ਹੀ ਰਿਹਾ ਸੀ, ਬਟ ਉਹਦੇ ਨਾਲ ਨਾਲ ਹੀ ਉਹਨਾਂ ਨੂੰ ਜਿਹੜੀ ਘੋੜ ਸਵਾਰੀ ਉਸ ਵਕਤ ਦੇ ਸਮੇਂ ਦੀ ਇੱਕ ਖਾਸ ਤਰ੍ਹਾਂ ਜਿਹੜੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਸਿਰਫ ਘੋੜ ਸਵਾਰੀ ਹੀ ਨਹੀਂ, ਤਲਵਾਰਬਾਜੀ, ਨਿਸ਼ਾਨੇਬਾਜੀ, ਤੀਰ ਅੰਦਾਜ਼ੀ, ਮਤਲਬ ਇੱਕ ਮਹਿਲਾ ਜਿਹੜੀ ਹਲੇ ਗਰੋ ਕਰ ਰਹੀ, ਇੱਕ ਬੱਚੀ ਹੈ ਗਰੋ ਕਰ ਰਹੀ ਹੈ, ਜਿਹੜੀ ਹਲੇ ਆਪਣਾ 6 ਤੋਂ 7 ਸਾਲ ਦੇ ਉਮਰ ਦਾ ਸਮੇਂ ਤੋਂ ਅੱਗੇ ਵੱਧ ਰਹੀ ਹੈ, ਉਸ ਬੱਚੀ ਨੂੰ ਦਾ ਜਿਹੜਾ ਲਾਲਨ ਪਾਲਨ ਹੈ ਉਹ ਇਸ ਤਰ੍ਹਾਂ ਕੀਤਾ ਜਾ ਰਿਹਾ ਸੀ ਕਿ ਉਹਦਾ ਇੱਕ ਆਪਣਾ ਵੀ ਸ਼ੌਕ ਸੀ ਸ਼ਸਤਰ ਵਿੱਦਿਆ। ਉਸ ਸ਼ਸਤਰ ਵਿੱਦਿਆ ਨੂੰ ਉਹ ਸਿੱਖ ਕੇ ਇੰਨੀ ਮਤਲਬ ਕਿ ਉਹ ਉੱਭਰ ਕੇ ਇੱਕ ਸ਼ਖਸੀਅਤ ਦੇ ਤੌਰ ਦੇ ਉੱਤੇ ਸਾਹਮਣੇ ਆਣੀ ਸ਼ੁਰੂ ਹੋ ਗਈ। ਤੁਸੀਂ ਦੇਖ ਲਓ ਵੀ ਇੰਨੀ ਛੋਟੀ ਕੁ ਉਮਰ ਦੇ ਵਿੱਚ ਜਦੋਂ ਵਗਦੇ ਦਰਿਆਵਾਂ ਨੂੰ ਬੰਨ੍ਹ ਲਾਉਣ ਦਾ ਜਿਹੜਾ ਹੈਗਾ ਨਾ ਉਹ ਸੋਚ ਹੀ ਲਿਆ ਜਾਵੇ ਤੇ ਫਿਰ ਸਮਝ ਲਓ ਦੇਸ਼ ਭਗਤੀ ਤਾਂ ਭਰੀ ਹੈ। ਨਿਡਰਤਾ ਉਹਦੇ ਅੰਦਰ ਉਸ ਵੇਲੇ, ਮਤਲਬ ਉਹਦੇ ਬਲੱਡ 'ਚ, ਜਦੋਂ ਆਪਾਂ ਕਹਿੰਦੇ ਨਾ ਖੂਨ 'ਚ, ਉਹਦੇ ਅੰਦਰ ਉਹ ਨਿਡਰਤਾ ਉਸ ਵੇਲੇ ਮਤਲਬ ਠਾਠਾ ਮਾਰ ਰਹੀ ਸੀ ਜੀ। ਤੇ ਝਾਂਸੀ ਦੀ ਰਾਣੀ ਅਸੀਂ ਕਹਿੰਦੇ ਆ ਉਹਨਾਂ ਨੂੰ, ਝਾਂਸੀ ਦੀ ਰਾਣੀ ਉਹ ਕਦੋਂ ਬਣੇ ਫਿਰ? ਝਾਂਸੀ ਦੀ ਰਾਣੀ ਬਣਨ ਦਾ ਇਹ ਵੀ ਕੋਈ ਸਬੱਬ ਬਣਿਆ ਸੀਗਾ? ਹਾਂ, ਝਾਂਸੀ ਦੀ ਰਾਣੀ ਬਸ ਫਿਰ ਕਿਉਂਕਿ ਬ੍ਰਾਹਮਣ ਪਰਿਵਾਰ 'ਚ ਜਨਮ ਹੋਇਆ ਤਾਂ ਮਾਤਾ ਸੀ ਨਹੀਂ, ਪਿਤਾ ਦਾ ਸੀਗਾ ਕਿ ਮੈਂ ਹੁਣ ਇਹਦਾ ਵਿਆਹ ਵੀ ਕਰ ਦਵਾਂ, ਜਿੱਦਾਂ ਸਾਡੇ ਪਰਿਵਾਰਾਂ ਵਿੱਚ ਆਮ ਤੌਰ ਤੇ ਹੁੰਦਾ ਹੀ ਹੈ। ਤੇ ਉਹਨਾਂ ਦਾ ਜਿਹੜਾ ਵਿਵਾਹ ਹੈ ਉਹ ਆਪਣਾ ਜਿਹੜਾ 1851 ਦੇ ਵਿੱਚ ਹੋ ਗਿਆ ਆਪਣਾ ਉਹਨਾਂ ਦੇ ਨਾਲ, 1842 ਵਿੱਚ ਤੇ 1851 ਤੋਂ ਬਾਅਦ ਫਿਰ ਉਹਨਾਂ ਦੀ ਅਗਲੀ ਜਿਹੜੀ ਝਾਂਸੀ ਵੱਲ ਨੂੰ ਚੱਲ ਪਈ ਤੇ ਉੱਥੇ ਹੀ ਉਹਨਾਂ ਨੂੰ ਝਾਂਸੀ ਦੀ ਰਾਣੀ ਦਾ, ਕਿਉਂਕਿ ਉਹ ਸਿਆਸਤ ਗੰਗਾਧਰ ਰਾਓ ਜਿਨ੍ਹਾਂ ਦੇ ਨਾਲ ਉਹਨਾਂ ਦਾ ਵਿਆਹ ਹੋਇਆ, ਉਹ ਝਾਂਸੀ ਦਾ ਸਿਆਸਤ ਦਾ ਰਾਜਾ ਸੀ, ਸ਼ਾਸਕ ਸੀ। ਤੋਂ ਇਸ ਤਰ੍ਹਾਂ ਜਿਹੜੀ ਉਹਨਾਂ ਦੀ ਜਿਹੜੀ ਲਹਿਰ ਸੀ ਫਿਰ ਝਾਂਸੀ ਵੱਲ ਨੂੰ ਚੱਲ ਪਈ। ਉਹਨੂੰ ਝਾਂਸੀ ਦੀ ਰਾਣੀ ਤੇ ਕਿਹਾ ਤੇ ਨਾਲ ਨਾਲ ਉਹਨਾਂ ਨੂੰ ਇੱਕ ਹੋਰ ਉਪਾਧੀ ਨਾਲ ਵੀ ਕੀਤਾ ਗਿਆ ਸੁਸ਼ੋਭਿਤ ਕਿ ਮਹਾਰਾਣੀ ਲక్ష్ਮੀ ਬਾਈ, ਜਿਨ੍ਹਾਂ ਨੂੰ ਅੱਜ ਅਸੀਂ ਕੁਈਨ ਆਫ ਇੰਡੀਆ ਵੀ ਕਹਿੰਦੇ ਆ ਕਿ ਬਈ ਇੱਕ ਯੰਗ ਵਿਰੰਗਨਾ, ਸਾਹਸੀ, ਨਿਡਰ, ਸਵਾਭਿਮਾਨੀ, ਇਹ ਔਰਤ ਉਹ ਸੀ ਜਿਸ ਨੇ ਅੱਜ ਵੀ, ਇਸੇ ਲਈ ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਜਿੱਦਾਂ ਹੁਣ ਅਸੀਂ ਇਹ ਸੋਚਦੇ ਹਾਂ ਵੀ ਵਿਆਹ ਹੋਣ ਤੋਂ ਬਾਅਦ ਵਿੱਚ ਫਿਰ ਇੱਕ ਰਵਾਇਤ ਹੁੰਦੀ ਹੈ ਕਿ ਪਰਿਵਾਰ ਨੂੰ ਅੱਗੇ ਵਧਾਇਆ ਜਾਵੇ, ਹੈ ਨਾ, ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੈਂ ਸੁਣਿਆ ਕਿ ਬਹੁਤ ਜ਼ਿਆਦਾ ਮੁਸ਼ਕਲਾਂ ਵੀ ਆਈਆਂ। ਮੁਸ਼ਕਲਾਂ ਤੇ ਸੁਭਾਵਿਕ ਹੈ ਕਿਉਂਕਿ ਮੈਰਿਜ ਹੋਈ ਤਾਂ 3 ਸਾਲ ਤੱਕ ਉਹਨਾਂ ਦੇ ਕੋਈ ਬੱਚਾ ਨਹੀਂ ਹੋਇਆ ਜੀ। ਤੋ ਜਦੋਂ ਬੱਚੇ ਦੇ ਹੋਇਆ ਤੇ ਜਿਹੜਾ ਰਾਜਾ ਸੀਗਾ ਉਹ ਆਪ ਬਿਮਾਰ ਰਹਿ ਗਿਆ ਜੀ। ਤੋ ਬਿਮਾਰ ਹੋਣ ਕਰਕੇ ਉਧਰੋਂ ਦੀ ਰਾਜਾ ਵੀ ਬਿਮਾਰ ਹੋ ਰਿਹਾ ਸੀ। ਜਿਹੜਾ ਬੱਚਾ ਹੋਇਆ ਉਹਦੇ 3 ਮਹੀਨੇ ਬਾਅਦ ਰਾਣੀ ਦੀ, ਉਹ ਬੱਚੇ ਦੀ ਮ੍ਰਿਤੂ ਹੋ ਗਈ ਜੀ। ਹੁਣ ਇੱਕ ਮਾਤਾ ਪਿਤਾ ਲਈ ਕਿੰਨੀ ਵੱਡੀ ਸਦਮੇ ਦੀ ਗੱਲ ਸੀ ਕਿ ਇੱਕ ਪਾਸੇ ਤਾਂ ਉਹ ਸ਼ਾਸਕ ਬਣਾਉਣ ਦੀ ਸੋਚ ਰਹੇ ਸੀ, ਤਾਂ ਇੱਥੋਂ ਹੀ ਫਿਰ ਰਾਣੀ ਦਾ ਜਿਹੜਾ ਸਟਰਗਲ ਭਰਿਆ, ਸੰਘਰਸ਼ ਭਰਿਆ ਜੀਵਨ ਸ਼ੁਰੂ ਹੋ ਗਿਆ। ਹੁਣ ਉੱਤਰਾਧਿਕਾਰੀ ਦੀ ਚੋਣ ਵੀ ਹੋਣੀ ਹੈ ਉਸ ਤੋਂ ਬਾਅਦ ਵਿੱਚ, ਹੈ ਨਾ ਜੀ। ਤੇ ਜਦੋਂ ਉੱਤਰਾਧਿਕਾਰੀ ਚਾਹੀਦਾ ਫਿਰ ਬੱਚਾ ਗੋਦ ਲੈਣਾ ਪੈਣਾ, ਇੱਕ ਪ੍ਰਕਿਰਿਆ ਸੀਗੀ ਤੇ ਅੰਗਰੇਜ਼ੀ ਸ਼ਾਸਨ ਦੇ ਨਾਲ ਮੱਥਾ ਲਾਉਣ ਦਾ ਮੁੱਢਲਾ ਕਾਰਨ ਇਹੀ ਬਣਿਆ ਕਿ ਬੱਚਾ ਜਿਹੜਾ ਹੈ ਉਹ ਗੋਦ ਲੈਣ ਦੀ ਪ੍ਰਕਿਰਿਆ ਜਿਹੜੀ ਹੈ ਉਹਦੇ ਵਿੱਚ ਸੁਧਾਰ ਕੀਤੇ ਉਹਨਾਂ ਨੇ ਕੁਝ। ਸੋ ਉਹ ਕਿਹੜੇ ਸੁਧਾਰ ਸੀਗੇ ਕਿ ਕਿਹੜੀ ਉਹ ਪਰੰਪਰਾ ਸੀਗੀ ਜਿਹੜੀ ਉਹਨਾਂ ਨੇ ਤੋੜੀ ਹੈ? ਇਸ ਤਰ੍ਹਾਂ ਹੈ ਜੀ ਕਿ ਵੀ ਉਸ ਵਕਤ ਇਹ ਉਹਨਾਂ ਨੇ ਇੱਕ ਰਵਾਇਤ ਸੀ ਜਿਹਨੂੰ ਉਹਨਾਂ ਨੇ ਅੰਗਰੇਜ਼ੀ ਸਰਕਾਰ ਨੇ ਕਾਨੂੰਨ ਦੇ ਤੌਰ ਦੇ ਉੱਤੇ ਕਰ ਦਿੱਤਾ ਕਿ 27 ਫਰਵਰੀ 1854 ਇੱਕ ਕਾਨੂੰਨ ਇਦਾਂ ਦਾ ਬਣਾ ਲਿਆ ਬਾਅਦ 'ਚ। ਉਸ ਤੋਂ ਪਹਿਲੇ ਰਾਜਾ ਨੇ ਇਹ ਫੈਸਲਾ ਕੀਤਾ ਕਿ ਵੀ ਹੁਣ ਉੱਤਰਾਧਿਕਾਰੀ ਤੇ ਕੋਈ ਰਿਹਾ ਨਹੀਂ, ਕਿਉਂਕਿ ਬੱਚੇ ਦੀ ਤਾਂ 3 ਮਹੀਨਿਆਂ ਬਾਅਦ ਹੀ ਚਲਾਣਾ ਹੋ ਗਿਆ ਤੇ ਰਾਜੇ ਵਾਸਤੇ ਨਾ ਉਹਦੇ ਦਿਮਾਗ ਤੇ ਬਹੁਤ ਇਸ ਗੱਲ ਦਾ ਪ੍ਰੈਸ਼ਰ ਵੀ ਸੀ, ਸੋਚ ਵੀ ਸੀ
ਕੀ ਕੀਤਾ ਜਾਏ। ਤਾਂ ਸੁਝਾਅ ਵੀ ਦਿੱਤਾ ਗਿਆ ਤੇ ਉਹਨਾਂ ਨੇ ਫਿਰ ਕੀ ਕੀਤਾ ਕਿ ਇੱਕ ਦੇਣੀ ਪੈਂਦੀ ਸੀ, ਇੱਕ ਪਰਮਿਸ਼ਨ ਲੈਣੀ ਪੈਂਦੀ ਸੀ ਅੰਗਰੇਜ਼ੀ ਸਰਕਾਰ ਤੋਂ ਕਿ ਵੀ ਬੱਚਾ ਆਪਾਂ ਗੋਦ ਲੈਣਾ ਚਾਹੁੰਦੇ ਆ। ਤਾਂ ਬੜੇ ਮਤਲਬ ਕਿ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਉਹਨਾਂ ਨੇ ਆਪਣੇ ਕਜ਼ਨ ਤੋਂ ਬੱਚਾ ਗੋਦ ਲਿਆ ਤੇ ਉਸ ਦਾ ਜਿਹੜਾ ਨਾਮ ਹੈ ਦਮੋਦਰ ਰਾਓ ਰੱਖਿਆ। ਤੇ ਕਹਿੰਦੇ 2 ਹੀ ਕਿ ਦਿਨਾਂ ਬਾਅਦ, ਕੁਝ ਜਾਨੀ ਸਮੇਂ ਬਾਅਦ ਹੀ ਰਾਜੇ ਦੀ ਮਤਲਬ ਵੈਰੀ ਸ਼ਾਰਟ ਜਲਦੀ ਹੀ ਜਦੋਂ ਇਹ ਬੱਚਾ ਗੋਦ ਲਿਆ ਤੇ ਰਾਜੇ ਦੀ ਵੀ ਮ੍ਰਿਤੂ ਹੋ ਗਈ। ਤੁਸੀਂ ਦੇਖ ਲਓ ਵੀ ਰਾਣੀ ਲਈ ਕਿੰਨਾ ਦੁੱਖ ਦਾ ਹੈ ਨਾ ਜੀ। ਉਹ ਨਾ ਮੈਂ ਇੱਕ ਮੈਨੂੰ ਲਾਈਨ ਚੇਤੇ ਆ ਗਈ ਵੀ ਹੋਇਆ ਕਿ ਜੇ 4 ਦਿਨ ਦੁੱਖ ਦੇ ਆ ਗਏ, ਇੱਥੇ ਸਦਾ ਮੁਸੀਬਤਾਂ ਰਹਿਣੀਆਂ ਨਹੀਂ, ਜੇ ਹੱਸ ਕੇ ਕੰਮ ਨਾ ਬਣੇ ਤੇਰਾ ਤੇ ਇੱਥੇ ਰੋਇਆਂ ਵੀ ਪੂਰੀਆਂ ਪੈਣੀਆਂ ਨਹੀਂ। ਰੋਇਆਂ ਵੀ ਫਿਰ ਬੰਦੇ ਦੀਆਂ ਪੂਰੀਆਂ ਨਹੀਂ ਪੈਂਦੀਆਂ। ਹੁਣ ਅਗਲੀ ਮੁਸ਼ਕਲ ਆ ਗਈ ਲੈਪਸ ਦੀ ਨੀਤੀ ਦੀ, ਤੇ ਰਾਣੀ ਨੇ ਬਹੁਤ ਹੀ ਆਪਣਾ ਦਬੰਗ ਤਰੀਕਾ ਅਪਣਾਇਆ ਤੇ ਰਾਣੀ ਨੇ ਕਿਹਾ, ਉਹ ਰਾਜਾ ਨੇ ਕਹਿ ਦਿੱਤਾ ਸੀ, ਲਿਖ ਕੇ ਭੇਜ ਦਿੱਤਾ ਸੀ ਕਿ ਬਈ ਰਾਣੀ ਜਿਹੜੀ ਵਿਡੋ ਮੇਰੀ ਹੈ ਇਹ ਸ਼ਾਸਕ ਹੋਏਗੀ। ਬੜੀ ਸਮਝਣ ਵਾਲੀ ਗੱਲ ਆ। ਹੁਣ ਡਾਕਟਰਾਈਨ ਆਫ ਲੈਪਸ ਵੀ ਆ ਗਿਆ ਹੈ ਨਾ। ਹਾਂਜੀ ਹਾਂਜੀ। ਸੋ ਇਹਨੂੰ ਵੀ ਥੋੜਾ ਜਿਹਾ ਡਿਟੇਲ ਦੇ ਵਿੱਚ ਮੈਂ ਇਹ ਦੱਸਣਾ ਚਾਹੁੰਦੀ ਹਾਂ ਇੱਥੇ ਕਿ ਜਿਹੜਾ ਬ੍ਰਿਟਿਸ਼ ਸਰਕਾਰ ਕਪਟ ਸਰਕਾਰ ਸੀ, ਹਾਂਜੀ, ਉਹਨਾਂ ਨੇ ਸੋਚਿਆ ਵੀ ਹੁਣ ਆਪਾਂ ਇਹ ਤਾਂ ਕੱਲੀ ਲੇਡੀ ਰਹਿ ਗਈ ਹੈ, ਵਿਡੋ ਹੈਗੀ, ਇਹ ਕੀ ਕਰ ਲੇਗੀ। ਬਿਲਕੁਲ। ਤੇ ਉਹਨਾਂ ਨੇ ਜੀ ਕਾਨੂੰਨ, ਲਾਰਡ ਡਲਹੌਜ਼ੀ ਸੀ, ਹਾਂਜੀ, ਉਹਨਾਂ ਨੇ ਨਾ ਕਾਨੂੰਨ ਬਣਾ ਲਿਆ, ਪਹਿਲੇ ਵਾਲੀ ਨੀਤੀ ਨੂੰ ਛੱਡਿਆ ਤੇ ਉਹਨਾਂ ਨੇ ਕਿਹਾ ਕਿ ਬਈ ਅਸੀਂ ਤਾਂ ਜਿਹੜਾ ਗੋਦ ਲਿੱਤਾ ਹੋਇਆ ਬੱਚਾ ਹੈ ਨਾ ਜੀ, ਉਹ ਕਿਸੇ ਤਰ੍ਹਾਂ ਵੀ ਉੱਤਰਾਧਿਕਾਰੀ ਲੜਕਾ ਨਹੀਂ ਬਣ ਸਕਦਾ ਜੀ। ਇਹ ਤਾਂ ਜੇ ਆਪ ਦਾ ਬੱਚਾ ਹੋਏਗਾ ਉਹੀ ਉੱਤਰਾਧਿਕਾਰੀ ਬਣੇਗਾ। ਲੇਕਿਨ ਰਾਣੀ ਤਾਂ ਇਸ ਚੀਜ਼ ਨੂੰ ਬਸ ਵਿਰੋਧ ਸ਼ੁਰੂ ਹੋ ਗਿਆ ਉੱਥੋਂ ਜੀ। ਉਹ ਰਾਣੀ ਨੇ ਫਿਰ ਆਪਣਾ ਦਬੰਗ ਰੂਪ ਦਿਖਾਇਆ ਕਿ ਬਈ ਕਿਸ ਤਰ੍ਹਾਂ ਤੁਸੀਂ ਇਹ ਕਿੱਦਾਂ ਕਹਿ ਸਕਦੇ ਆ ਕਿ ਬਈ ਆਪਣਾ ਬੱਚਾ ਤਾਂ ਬੱਚਾ ਹੀ ਹੈ। ਬਿਲਕੁਲ। ਤਾਂ ਇਸ ਕਰਕੇ ਉਹਨਾਂ ਨੇ ਸ਼ਾਸਨ ਕਰਨਾ ਸ਼ੁਰੂ ਕੀਤਾ ਤੇ ਅੰਗਰੇਜ਼ਾਂ ਨੂੰ ਫਿਰ ਉੱਥੋਂ ਉਹ ਫਿਰ ਬਹਾਨੇ ਦੇ ਨਾਲ ਸ਼ੁਰੂ ਹੋ ਗਿਆ। ਤੇ ਉਧਰੋਂ ਸਾਡਾ 1857 ਦਾ ਜਿਹੜਾ ਗਦਰ ਦਾ ਇੱਕ ਝੋਲ ਚੱਲ ਰਹੀ ਸੀ ਤੇ ਮੇਰਠ ਵਿੱਚ ਲੜਾਈ ਹੋ ਰਹੀ ਸੀਗੀ ਤੇ ਰਾਣੀ ਉਸ ਚੀਜ਼ ਵਾਸਤੇ ਕੌਨਸ਼ੀਅਸ ਸੀ ਕਿ ਬਈ ਉਧਰ ਚੱਲ ਰਹੀ ਹੈ ਤੇ ਇੱਥੇ ਅਸੀਂ ਆਪਣੀ ਜਿਹੜੀ ਅੰਦਰ ਆਪਣੇ ਆਪ ਨੂੰ ਸੰਗਠਿਤ ਕਰਨਾ ਹੈ, ਇਕੱਠਾ ਕਰਨਾ ਵਾ। ਤੇ ਇਧਰੋਂ ਦੀ ਜਿਹੜੀ ਬ੍ਰਿਟਿਸ਼ ਉਸ ਵੇਲੇ ਇੱਕ ਘਟਨਾ ਇਦਾਂ ਦੀ ਹੋਈ ਜਿਹੜੀ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਵੀ ਉਹ ਘਟਨਾ ਇਹ ਹੋਈ ਕਿ ਜਿਹੜੀ ਜੂਨ ਮਹੀਨੇ ਦੀ ਗੱਲ ਹੈ, ਮਈ 'ਚ ਉਧਰ ਸ਼ੁਰੂ ਹੋ ਗਿਆ ਆਪਣਾ ਇਹ ਵਾਰ ਦਾ ਜਿਹੜਾ ਸਿਲਸਿਲਾ ਜਿਹਨੂੰ ਅਸੀਂ ਗਦਰ ਵੀ ਕਹਿੰਦੇ ਆ, ਵਿਦਰੋਹ ਵੀ ਕਹਿੰਦੇ ਆ, 1857 ਦਾ ਸੰਗਰਾਮ ਵੀ ਕਹਿੰਦੇ ਆ ਅਸੀਂ ਇਹਨੂੰ। ਭਾਰਤ ਦੀ ਸੁਤੰਤਰਤਾ ਦੀ ਆਜ਼ਾਦੀ ਦੀ ਪਹਿਲੀ ਲੜਾਈ ਦਾ ਮਤਲਬ ਮੁੱਢਲਾ ਜਿਹੜਾ ਜਿੱਥੋਂ ਸ਼ੁਰੂਆਤ ਹੋਈ ਆ ਉਹ ਵੀ ਮੰਨਦੇ ਆ। ਤੇ ਰਾਣੀ ਨੇ ਕੀ ਫੈਸਲਾ ਕੀਤਾ ਕਿ ਵੀ ਮੈਂ ਜਿਹੜਾ ਰਾਜ ਤਾਂ ਰਾਣੀ ਝਾਂਸੀ ਹੀ ਕਰੇਗੀ, ਰਾਜ ਤਾਂ ਜਿਹੜਾ ਰਾਣੀ ਝਾਂਸੀ ਦਾ ਹੀ ਹੋਏਗਾ। तो ਝਾਂਸੀ ਦੀ ਰਾਣੀ ਨੇ ਕੀ ਨੀਤੀ ਅਪਣਾਈ ਕਿ ਬਈ ਉਸ ਨੀਤੀ ਦਾ ਜਿਹੜਾ ਉਹਨਾਂ ਦੇ ਬੱਚੇ ਦੀ ਗੋਦ ਲੈਣ ਵਾਲੀ ਨੀਤੀ ਦਾ ਉਹ ਵਿਰੋਧ ਕਰ ਰਹੇ ਸੀਗੇ ਤੇ ਉਧਰੋਂ ਦੀ ਉਹਨਾਂ ਨੇ ਇਸ ਦੇ ਚਲਦੇ ਹੀ ਇੱਕ ਘਟਨਾ ਹੋਰ ਹੋਈ ਤੇ ਉਹ ਘਟਨਾ ਮੈਂ ਦੱਸਣਾ ਚਾਹੁੰਦੀ ਜਿਹਦਾ ਨਾਮ ਉਹਨਾਂ ਨੇ ਬਹਾਨਾ ਪਾ ਕੇ ਰਾਣੀ ਤੇ ਲਗਾ ਕੇ ਤੇ ਜਦੋਂ ਹੀ ਅੰਗਰੇਜ਼ੀ ਸਰਕਾਰ ਨੇ ਰਾਣੀ ਨਾਲ ਮੱਥਾ ਲਾਣਾ ਸ਼ੁਰੂ ਕਰ ਦਿੱਤਾ ਤੇ ਰਾਣੀ ਨੇ ਜਵਾਬੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਤੇ ਉਹ ਘਟਨਾ ਇਹ ਹੋਈ ਕਿ ਜਿਹੜੀ ਵੈਸਟ ਬੰਗਾਲ ਦੀ ਆਪਣੀ ਇਨਫੈਂਟਰੀ ਸੀ ਉਹਨਾਂ ਨੇ ਜੀ ਝਾਂਸੀ ਦੇ ਉੱਤੇ ਆਪਣਾ ਉਹਨਾਂ ਨੂੰ ਕਿਹਾ ਕਿ ਉਹਨਾਂ ਦਾ ਖਜ਼ਾਨਾ ਲੁੱਟਿਆ ਤੇ ਉਹਨਾਂ ਨੇ ਕਿਹਾ ਆਪਾਂ ਤੁਹਾਡਾ ਖਜ਼ਾਨਾ ਹੀ ਲੁੱਟ ਰਹੇ, ਆਪਾਂ ਤੁਹਾਨੂੰ ਕੁਝ ਕਵਾਂਗੇ ਨਹੀਂ, ਸਾਨੂੰ ਨਾ ਤੁਸੀਂ ਮਤਲਬ ਕਿ ਪੈਸਿਆਂ ਦਾ ਇੰਤਜ਼ਾਮ ਤਾਂ ਅਸੀਂ ਕਰ ਲਿਆ। ਲੇਕਿਨ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਬਾਅਦ ਵਿੱਚ ਉਹਨਾਂ ਦੇ ਉੱਥੇ ਕਤਲੇਆਮ ਵੀ ਸ਼ੁਰੂ ਕਰ ਦਿੱਤਾ। ਉਸ ਕਤਲੇਆਮ ਦੇ ਵਿੱਚ ਉਹਨਾਂ ਨੇ ਕੁਝ ਜਿਹੜੇ ਸੀਗੇ ਅੰਗਰੇਜ਼ ਅਧਿਕਾਰੀ, ਕੁਝ ਅਫਸਰ, ਉਹਨਾਂ ਦੇ ਬੱਚੇ, ਪਤਨੀਆਂ, ਉਹਨਾਂ ਨੂੰ ਵੀ ਕਤਲੇਆਮ ਦੇ ਵਿੱਚ ਮਤਲਬ ਉਹ ਕਰ ਦਿੱਤਾ ਤੇ ਮੈਸਕੇਅਰ ਹੋਇਆ ਤੇ ਉਹਦਾ ਜਿਹੜਾ ਉਹਨਾਂ ਨੇ ਇਲਜ਼ਾਮ ਸੀਗਾ ਉਹ ਰਾਣੀ ਦੇ ਉੱਪਰ ਲਗਾ ਜੀ। ਸੋ ਇੱਥੋਂ ਫਿਰ ਇਹ ਜਿਹੜਾ ਸੰਘਰਸ਼ ਰਾਣੀ ਦਾ ਜਿਹੜਾ ਸੀ ਪਹਿਲਾਂ ਤਾਂ ਵਿਅਕਤੀਗਤ ਸੀਗਾ, ਫਿਰ ਝਾਂਸੀ ਦਾ ਬਣਿਆ ਤੇ ਧੀਰੇ ਧੀਰੇ ਇਹ ਜਿਹੜਾ ਸੰਘਰਸ਼ ਸੀਗਾ ਇਹ ਦੇਸ਼ ਵੱਲ ਨੂੰ ਚੱਲ ਪਿਆ ਤੇ ਦੇਸ਼ ਦੀ ਲੜਾਈ ਵੱਲ। ਅੱਛਾ, ਇਹ ਜਿਹੜਾ ਮੈਸੈਕਰ ਹੋਇਆ ਉਸ ਤੋਂ ਬਾਅਦ ਵਿੱਚ ਇਹ ਕਤਲੇਆਮ ਇੰਨਾ ਵੱਡਾ ਹੋ ਗਿਆ, ਝਾਂਸੀ ਨੂੰ ਸੁਰੱਖਿਅਤ ਕਰਨ ਵਾਸਤੇ ਰਾਣੀ ਲక్ష్ਮੀ ਬਾਈ ਨੇ ਕੀ ਕੀਤਾ? ਰਾਣੀ ਨੇ ਇੱਥੇ ਬੜੀ ਹੀ ਆਪਣਾ ਚੁੱਕ ਲਈ ਤਲਵਾਰ, ਹਾਂਜੀ ਤਲਵਾਰ ਚੁੱਕ ਲਈ, ਆਪਣੀ ਸੂਝ-ਬੂਝ ਦਿਖਾਈ ਤੇ ਨਾਲ ਹੀ ਉਹਨੇ ਆਪਣੀ ਹੁਸ਼ਿਆਰੀ ਦਿਖਾਈ ਕਿਉਂਕਿ ਉਧਰ ਜਿਹੜਾ
ਜਿਹੜਾ ਲਾਰਡ ਡਲਹੌਜ਼ੀ ਸੀ, ਜੀ। ਉਹਨੇ ਕੀ ਕੀਤਾ, ਆਪਣਾ ਹਿਊ ਰੋਜ਼ ਨਾਮ ਹੈ ਅਧਿਕਾਰੀ ਦਾ, ਜਿਹਨੂੰ ਅਗਾਂਹ ਭੇਜ ਕੇ ਤਾਂ ਮਤਲਬ ਚਾਰੋਂ ਪਾਸੇ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਝਾਂਸੀ ਨੂੰ। ਲੇਕਿਨ ਝਾਂਸੀ ਦੀ ਰਾਣੀ ਨੇ ਵੀ ਕੀ ਕੀਤਾ, ਅੰਦਰ ਬੈਠਿਆਂ ਕੁਝ ਇਸ ਤਰ੍ਹਾਂ ਦਾ ਬਣਾਇਆ, ਹਿਸਾਬ ਕਿਤਾਬ ਤਿਆਰ ਕੀਤਾ ਕਿ ਆਪਣੀਆਂ ਹੀ ਦਾਸੀਆਂ ਨੂੰ ਇਕੱਠੇ ਕੀਤਾ, ਜੀ। ਆਪਣੀਆਂ ਹੀ ਦਾਸੀਆਂ ਨੂੰ ਇਕੱਠੇ ਕਰਕੇ ਤੇ ਨਾਲ ਦੀ ਨਾਲ ਉਹਨਾਂ ਨੇ ਕੁਝ ਹੋਰ ਸੈਨਿਕਾਂ ਨੂੰ ਵੀ ਜੋ ਉੱਥੇ ਅਵੇਲੇਬਲ ਸੀ ਉਹਨਾਂ ਨੂੰ ਸ਼ਾਮਿਲ ਕੀਤਾ ਆਪਣੇ ਵਿੱਚ, ਤਾਂ ਇੱਕ ਟਰੂਪ ਤਿਆਰ ਕਰ ਲਿਆ ਕਿ ਬਈ ਆਪਣਾ ਜੇ ਸਾਡੇ ਤੇ ਅਟੈਕ ਹੁੰਦਾ ਤੇ ਅਸੀਂ ਅਟੈਕ ਦਾ ਜਵਾਬ ਅਟੈਕ ਵਿੱਚ ਦਵਾਂਗੇ। ਤੇ ਇਹਦਾ ਮਤਲਬ ਇਹ ਬਹੁਤ ਵੱਡਾ ਇੱਕ ਜਿਹੜਾ ਹੈ ਨਾ, ਇਹ ਕਤਲੇਆਮ ਤੋਂ ਬਾਅਦ ਸੂਝ-ਬੂਝ, ਹਾਂਜੀ, ਤੇ ਰਾਣੀ ਦੀ ਰਣਨੀਤੀ ਤੇ ਰਾਣੀ ਦੀ ਯੁੱਧ ਨੀਤੀ, ਬਿਲਕੁਲ, ਤੇ ਰਾਣੀ ਦੀ ਇੱਕ ਦੂਰਦ੍ਰਿਸ਼ਟਾ। ਹਾਂ, ਇਹ ਗੱਲਾਂ ਨੇ ਜਿਹੜੀਆਂ ਕਿ ਉੱਥੇ ਉਸ ਸਮੇਂ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਵੀ ਪ੍ਰਭਾਵਿਤ ਕੀਤਾ। ਸੋ ਉਸ ਸਮੇਂ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵਿੱਚ ਇੱਕ ਜਜ਼ਬਾ ਸੀ ਦੇਸ਼ ਭਗਤੀ ਦਾ, ਜਿਹਨੂੰ ਦੁਬਾਰਾ ਮਸ਼ਾਲ ਬਣਾ ਕੇ ਤਾਂ ਫਿਰ ਦੁਬਾਰਾ ਮਤਲਬ ਇੱਕ ਚੰਗਿਆੜੀ ਸੀ ਜਿਹਨੂੰ ਅੱਗ ਬਣਾਉਣ ਦੀ ਕੋਸ਼ਿਸ਼ ਕੀਤੀ ਝਾਂਸੀ ਦੀ ਰਾਣੀ ਨੇ। ਜਦੋਂ ਉਹ ਜਿਹੜੀਆਂ ਦਾਸੀਆਂ ਸੀ ਤਾਂ ਜਿੰਨੇ ਵੀ ਲੋਕਾਂ ਨੂੰ ਅੰਦਰੋਂ ਦੀ ਇਕੱਠਾ ਕੀਤਾ ਜਾ ਸਕਦਾ ਸੀ ਉਹਨਾਂ ਨੂੰ ਇਕੱਠਾ ਤੇ ਕੀਤਾ, ਤੇ ਉਹਨਾਂ ਨੂੰ ਉਹਨਾਂ ਦੇ ਉੱਤੇ ਪ੍ਰਭਾਵ ਪੈਣਾ ਸੁਭਾਵਿਕ ਸੀ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਅਗਰ ਇਹ ਇੱਕ ਵਿਡੋਰ ਹੈਗੀ ਹੈ, ਇਹ ਤਾਂ ਵਿਧਵਾ ਇਸਤਰੀ ਹੈਗੀ ਹੈ, ਜੇ ਇਹ ਇੰਨੇ ਜੋਸ਼ ਖਰੋਸ਼ ਨਾਲ ਕੰਮ ਕਰ ਸਕਦੀ ਹੈ ਤੇ ਸਾਡਾ ਵੀ ਆਪਣੇ ਦੇਸ਼ ਨੂੰ ਬਚਾਉਣ ਲਈ, ਆਪਣੀ ਝਾਂਸੀ ਨੂੰ ਵੀ ਬਚਾਉਣ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਵੀ ਅੱਜ ਤਾਂ ਹੀ ਅਸੀਂ ਵੀ ਸੁਰੱਖਿਅਤ ਹੈ ਅਗਰ ਸਾਡਾ ਇਹ ਝਾਂਸੀ ਸੁਰੱਖਿਅਤ ਹੈ। ਤੇ ਸਭ ਨੇ ਵੱਧ ਚੜ ਕੇ ਰਾਣੀ ਦਾ ਸਾਥ ਦਿੱਤਾ ਤੇ ਫਿਰ ਸੰਘਰਸ਼ ਵੱਧਦਾ ਗਿਆ ਤੇ ਫਿਰ ਸੰਘਰਸ਼ ਵੱਧਦਾ ਗਿਆ। ਇਸ ਲਈ ਬਾਰ-ਬਾਰ ਕਿਹਾ ਜਾਂਦਾ ਨਾ, ਤੁਸੀਂ ਸੁਣੀਆਂ ਹੋਣੀਆਂ ਇਸ ਤਰ੍ਹਾਂ ਸੁਭਦਰਾ ਕੁਮਾਰੀ ਚੌਹਾਨ ਦੀਆਂ ਕਿ ਖੂਬ ਲੜੀ ਮਰਦਾਨੀ वो तो झांसी वाली रानी थी जी। तो मतलब कि बुंदेलों के मुंह से सुनी कहानी थी, खूब लड़ी मर्दानी वो तो झांसी वाली रानी थी। ਅੱਜ ਹਰ ਬੱਚੇ ਦੇ ਮੂੰਹ ਤੇ ਅੱਜ ਵੀ ਅਸੀਂ ਦੇਖੋ ਕਿੰਨੇ ਸਮੇਂ ਬਾਅਦ ਵੀ ਮੈਂ ਇੱਥੇ ਗੱਲ ਕਰ ਰਹੀ ਹਾਂ ਤੇ ਅੰਦਰ ਜੋਸ਼ ਵੀ ਪੈਦਾ ਹੋ ਰਿਹਾ ਵਾ ਜੀ। ਔਰ ਦੇਖੋ ਝਾਂਸੀ ਦੀ ਰਾਣੀ ਔਰ ਮਤਲਬ ਅਸਲੀਅਤ ਵਿੱਚ ਜੋਸ਼ ਪੈਦਾ ਹੋ ਰਿਹਾ ਹੈ ਵਾਕਈ ਜੀ। ਮਰਦਾਨੀ ਕਿਹਾ ਜਾਂਦਾ ਸੀ ਉਹਨਾਂ ਨੂੰ, ਮਰਦਾਨੀ ਕਿਉਂ ਕਹਿੰਦੇ ਸੀ? इसीलिए मर्दानी कहते सी क्योंकि जेड़ी देखो उन्होंने शस्त्र सिक्ख्या, जिस शस्त्र सिक्ख्या उन्होंने सिक्ख्या ही नहीं, उन्हें उपयोग कर दिखाया जी, उन्हें उहदा उपयोग कर दिखाया। और जिस वक्त देखो उन्हें जो हुणी आपां गल कीती कूटनीति वाली ते युद्ध नीति वाली, सुरक्षित रखण वास्ते जो उधरों दी अटैक हो गया, चारों पास्यों घेर लिता गया झांसी नूं ते 7 दिन लगातार लड़ाई चली। जो रानी ने देखा भी 7 दिन बीत गए, साडे हत्थ कुछ नहीं लग रहा हैगा, ते रानी ने ਉੱਥੋਂ ਇੰਨੀ ਹੁਸ਼ਿਆਰੀ ਕੀਤੀ ਕਿ ਬੱਚੇ ਨੂੰ ਪਿੱਛੇ ਬੰਨਿਆ ਔਰ ਸੋਲਜਰ ਦੀ ਉਹਨੇ ਪਾਈ ਡਰੈਸ, ਜਾਨੀ ਕਿ ਸਿਪਾਹੀ ਦੀ ਵਰਦੀ ਦੇ ਵਿੱਚ ਉਹ ਆਪਣੇ ਆਪ ਨੂੰ ਉਹਨੇ ਸੁਸ਼ੋਭਿਤ ਕੀਤਾ। 2 ਹੱਥਾਂ ਨਾਲ ਤਲਵਾਰਾਂ ਚਲਾਉਂਦੀ ਸੀ, ਕਦੀ ਕਦੀ ਘੋੜੇ ਦੀ ਲਗਾਮ ਮੂੰਹ ਵਿੱਚ ਪਾ ਕੇ ਤੇ ਤਲਵਾਰਾਂ ਚਲਾਉਂਦੀ ਸੀ। ਇਦਾਂ ਦੀ ਤੀਰ ਅੰਦਾਜ਼ੀ ਸੀ ਕਿ ਵੀ ਕਿੱਥੇ ਨਿਸ਼ਾਨਾ ਮਾਰਦੀ ਸੀ, ਨਿਸ਼ਾਨਾ ਚੁੱਕਦਾ ਨਹੀਂ ਸੀ। ਔਰ 3 ਘੋੜਿਆਂ ਦੇ ਮੈਂ ਨਾਮ ਲੈਣਾ ਚਾਹੁੰਦੀ ਹਾਂ ਜਿਹੜੇ ਘੋੜੇ ਉਹਦੇ ਸੀਗੇ, ਸਾਰੰਗੀ, ਪਵਨ ਤੇ ਬਾਦਲ ਜੀ। ਤੇ ਜਿਸ ਵੇਲੇ ਉਹਨੇ ਜੰਪ ਕੀਤਾ, मतलब कि ਇਹ ਬੜੀ मतलब कि एक हौसले वाली ही नहीं, ये दलेरी ते निडरता ਤੇ ਆਉਣ ਵਾਲੀਆਂ ਉਨ ਸਭ ਪੀੜ੍ਹੀਆਂ ਵਾਸਤੇ ਵੀ, ਚਾਹੇ ਅਸੀਂ ਅੱਜ ਆਪਣਾ ਜਿਹੜਾ ਹੈਗਾ ਵਾ ਵਰਤਮਾਨ ਸਮਾਂ ਜਿਹੜਾ ਸਾਡਾ, ਅਸੀਂ ਅੱਜ ਔਰਤ ਦੀ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ, ਪਰ ਇਹ ਸਸ਼ਕਤੀਕਰਨ ਦਾ ਇੱਕ ਜਿੰਦਾ ਜਾਗਦਾ ਉਦਾਹਰਣ ਹੈ ਕਿ ਕਿਸ ਤਰ੍ਹਾਂ ਉਹਨੇ ਆਪਣਾ ਕਿਲੇ ਤੋਂ ਜਦੋਂ ਉਹਨੂੰ ਫਰਮਾਨ ਕਰ ਦਿੱਤਾ ਗਿਆ ਕਿ ਤੁਸੀਂ ਕਿਲਾ ਖਾਲੀ ਕਰ ਦਿਓ, ਕਿਉਂਕਿ ਪਹਿਲੇ ਤੇ ਉਹਨਾਂ ਨੂੰ ਲਾਲਚ ਦਿੱਤਾ ਕਿ ਇਸ ਤੈਨੂੰ ਪੈਨਸ਼ਨ ਦੇ ਦਾਂਗੇ, 60,000 ਰੁਪਈਆ, ਹਾਂਜੀ ਪੈਨਸ਼ਨ ਦੇ ਦਾਂਗੇ, ਤੁਸੀਂ ਮਹਿਲ ਖਾਲੀ ਕਰੋ, ਤੁਸੀਂ ਪੈਲਸ ਖਾਲੀ ਕਰੋ। ਪਰ ਰਾਣੀ ਨੇ ਕੋਈ ਲਾਲਚ ਨੂੰ ਨਹੀਂ ਮੰਨਿਆ, ਚਾਹੁੰਦੀ ਤੇ ਸੁੱਖ ਸੁਵਿਧਾ ਲੈ ਸਕਦੀ ਸੀ। ਇਸੇ ਲਈ ਅਸੀਂ ਕਹਿੰਦੇ ਕਿ ਰਾਸ਼ਟਰ ਪ੍ਰੇਮ ਦੀ ਜਿਹੜੀ ਭਾਵਨਾ ਹੈ ਉਹ ਉਹਦੇ ਅੰਦਰ ਵੀ ਸੀ ਤੇ ਉਹ ਅੱਜ ਸਾਡੇ ਅੰਦਰ ਵੀ ਜਾਗਰਿਤ ਕਰਨ ਦੇ ਵਿੱਚ, ਉਹ ਕ੍ਰਾਂਤੀ ਦਾ ਬੀਜ ਬੋਣ ਦੇ ਵਿੱਚ ਰਾਣੀ ਦਾ ਇੱਕ ਵੱਡਾ ਯੋਗਦਾਨ ਹੈ। ਤੇ ਰਾਣੀ ਮਰਦਾਨੀ ਇਸ ਲਈ ਸੀ ਕਿਉਂਕਿ ਉਸ ਘੋੜੇ ਸਮੇਤ, ਬੱਚੇ ਸਮੇਤ ਉਹ ਉਸ ਕਿਲੇ ਤੋਂ ਬਾਹਰ ਨਿਕਲਣ ਲਈ ਉਹਨੇ ਰਾਤ ਦੇ ਵੇਲੇ ਜਿਹੜਾ ਤਰੀਕਾ ਅਪਣਾਇਆ, ਘੋੜੇ ਸਮੇਤ ਜੰਪ ਕਰ ਗਈ, ਬਾਹਰ ਨਿਕਲ ਗਈ
ਤੇ ਵਾਕਈ ਉਹ ਮਰਦਾਨੀ ਸੀ। ਵਾਕਈ ਜੀ। ਔਰ ਇਹ ਤੁਹਾਡੀਆਂ ਗੱਲਾਂ ਸੁਣ ਕੇ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਵਿੱਚ ਵੀ ਇੱਕ ਜਜ਼ਬਾ ਆਦੇਸ਼ ਭਗਤੀ ਦਾ ਪੈਦਾ ਹੁੰਦਾ ਕਿ ਵਾਕਈ, ਨਹੀਂ ਤਾਂ ਅੱਜ ਕੱਲ ਦੀ ਸੋਚ ਹੈਗੀ ਆ ਵੀ ਉਹ ਕਹਿੰਦੇ ਹੁੰਦੇ ਨਾ ਵੀ ਚਿੱਕੜ ਦੇ ਵਿੱਚ ਗਾਰ ਨਹੀਂ ਸੁੱਟਦਾ ਤੇ ਯਾਰ ਹੋਵੇ ਤੇ ਯਾਰ ਨਹੀਂ ਸੁੱਟਦਾ, ਡੁੱਬਣ ਵਾਲੇ ਦੇ ਕੋਲ ਨਾ ਜਾਓ, ਉਹ ਕਿਸੇ ਨੂੰ ਬਾਹਰ ਨਹੀਂ ਸੁੱਟਦਾ। ਹਾਂਜੀ 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 ਵੀ ਜਿਹੜਾ ਡੁੱਬਣ ਵਾਲਾ ਹੈਗਾ ਉਹ ਫਿਰ ਖਿੱਚਦਾ ਆ ਵੀ ਮੇਰੇ ਨਾਲ ਹੀ ਤੁਸੀਂ ਡੁੱਬ ਜਾਓ ਸਾਰੇ ਜਣੇ, ਪਰ ਜਿਹੜਾ ਬਚਾਉਣ ਵਾਲਾ ਉਹ ਸਭ ਤੋਂ ਵੱਡਾ ਹੁੰਦਾ। ਸੋ ਇਹੋ ਜਿਹੀ ਸੋਚ ਲੈ ਕੇ ਜਦੋਂ ਝਾਂਸੀ ਦੀ ਰਾਣੀ ਚੱਲ ਪਈ, ਹੁਣ ਜਦੋਂ ਉਹਨਾਂ ਦੀਆਂ ਗਾਥਾਵਾਂ ਅਸੀਂ ਸੁਣਦੇ ਆ, ਉਸ ਤੋਂ ਬਾਅਦ ਦੀਆਂ ਗੱਲਾਂ ਕਰਦੇ ਆ, ਪਹਿਲਾਂ ਦੀਆਂ ਗੱਲਾਂ ਕਰਦੇ ਆ, ਸਾਡਾ ਇਤਿਹਾਸ ਜਿਉਂਦਾ ਕਰਕੇ ਦਿਖਾਉਂਦੇ ਆ, ਤੇ ਇਹਨਾਂ ਦਾ ਪ੍ਰਭਾਵ ਕੀ ਅਜੋਕੀ ਜਿਹੜੀ ਔਰਤ ਹੈ ਸਾਡੀ ਅੱਜ ਦੀ ਪੀੜ੍ਹੀ ਦੀ ਜੋ ਔਰਤ ਹੈ ਉਹਦੇ ਉੱਤੇ ਪੈ ਰਿਹਾ ਹੁਣ? ਬਿਲਕੁਲ ਪੈ ਰਿਹਾ। ਮੈਂ ਇੱਥੇ ਗੱਲ ਕਰ ਰਹੀ ਹਾਂ ਤੇ ਮੈਂ ਤਾਂ ਆਪਣੇ ਆਪ ਨੂੰ ਵੀ ਮਹਿਸੂਸ ਕਰ ਰਹੀ ਹਾਂ ਕਿ ਅਸੀਂ ਇਹ ਗੱਲ ਕਹਿੰਦੇ ਹੈਗੇ ਆ ਕਿ ਬਈ ਨਾਰੀ ਸਸ਼ਕਤੀਕਰਨ, ਬਈ ਔਰਤਾਂ ਨੂੰ ਅਧਿਕਾਰ ਦਿਓ ਤੇ ਔਰਤਾਂ ਨੂੰ ਜਿਹੜਾ ਹੈਗਾ ਵਾ ਇੱਥੇ ਸਥਾਨ ਦੇ ਦਿਓ, ਉੱਥੇ ਸਥਾਨ ਦੇ ਦਿਓ, ਪਰ ਮੈਂ ਇੱਥੇ ਇਹ ਗੱਲ ਮਤਲਬ ਕਹਿਣਾ ਚਾਹੁੰਦੀ ਕਿ ਔਰਤਾਂ ਨੂੰ ਇਕੱਲੇ ਸਥਾਨ ਦੇਣ ਦੇ ਨਾਲ ਗੱਲ ਨਹੀਂ ਬਣਨੀ, ਗੱਲ ਝਾਂਸੀ ਦੀ ਰਾਣੀ ਬਣ ਕੇ ਬਣਨੀ ਹੈ। ਜਿਵੇਂ ਉਹ ਕੁੱਦ ਗਈ ਬੱਚੇ ਸਮੇਤ, ਇਹ ਕੋਈ ਛੋਟਾ ਜਜ਼ਬਾ ਨਹੀਂ ਸੀ, ਇੱਕ ਮਹਾਨਤਾ ਦਾ, ਇੱਕ ਦਲੇਰੀ ਦਾ ਜਜ਼ਬਾ ਲੈ ਕੇ ਜੇ ਅਸੀਂ ਅੱਜ ਆਪ ਆਪਣੀ ਸੁਰੱਖਿਆ ਲਈ ਪਹਿਲੇ ਤਲਵਾਰ ਫੜਾਂਗੇ ਤੇ ਤਾਂ ਹੀ ਕਾਨੂੰਨ ਸਾਡੇ ਲਈ ਜਿਹੜਾ ਸਹਾਇਤਕਾਰ ਹੋ ਸਕਦਾ ਹੈ। ਆਪਾਂ ਅਧਿਕਾਰ ਦੀ ਤਾਂ ਗੱਲ ਕਰਦੇ ਆ, ਪਰ ਸਾਨੂੰ ਨਾਲ ਦੇ ਨਾਲ ਦੋ ਚੀਜ਼ਾਂ ਹੋਰ ਵੀ ਬਹੁਤ ਜ਼ਰੂਰੀ ਹੈ। ਸਮਾਜ ਦਾ ਉਥਾਨ ਤਦ ਹੀ ਹੋ ਸਕਦਾ ਹੈ ਕਿਉਂ ਅਸੀਂ ਝਾਂਸੀ ਦੀ ਰਾਣੀ ਤੋਂ ਇਹ ਗੱਲ ਸਿੱਖੀਏ। ਅੱਜ ਦੀ ਅਜੋਕੀ ਜਿਹੜੀ ਔਰਤ ਹੈ ਉਹਨੂੰ ਝਾਂਸੀ ਦੀ ਰਾਣੀ ਤੋਂ ਇਹ ਸਿੱਖਣ ਦੀ ਲੋੜ ਹੈ ਕਿ ਅਸੀਂ ਤਾਂ ਹੀ ਅਗਾਂਹ ਵਧੂ ਹੋ ਸਕਦੇ ਹਾਂ। ਕੱਲੇ ਅਸੀਂ ਨਾਰੀ ਸ਼ਕਤੀਵਾਨ ਹੈ, ਨਾਰੀ ਸ਼ਕਤੀਵਾਨ ਦੇ ਨਾਰਿਆਂ ਨਾਲ ਨਾਰੀ ਸ਼ਕਤੀਵਾਨ ਨਹੀਂ ਹੋਣੀ। ਨਾਰੀ ਸ਼ਕਤੀਵਾਨ ਉਦੋਂ ਹੋਣੀ ਜਦੋਂ ਨਾਰੀ ਆਪ ਆਪਣੇ ਲਈ ਕੁਝ ਕਰਨ ਦਾ ਜਜ਼ਬਾ ਰੱਖੇ। ਅਧਿਕਾਰਾਂ ਦੇ ਨਾਲ ਆਪਾਂ ਫਰਜ਼ਾਂ ਨੂੰ ਵੀ ਜੋੜਾਂਗੇ, ਆਪਾਂ ਆਪਣੇ ਫਰਜ਼ ਨਿਭਾਵਾਂਗੇ। ਠੀਕ ਹੈ, ਨਾਰੀ ਦਾ ਜਿਹੜਾ ਇੱਕ ਹੋਰ ਫਰਜ਼ ਵੀ ਹੈ ਇਹ ਹੈ ਕਿ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ, ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ, ਮੈਂ ਆਪਣੇ ਬੱਚਿਆਂ ਦੀ ਵੀ ਦੇਖਭਾਲ ਕਰਨੀ ਜਿਸ ਤਰ੍ਹਾਂ ਕਿ ਝਾਂਸੀ ਦੀ ਰਾਣੀ ਨੇ ਵੀ ਕੀਤੀ। ਇਹ ਨਹੀਂ ਕਿ ਵੀ ਅਸੀਂ ਕਹੀਏ ਕਿ ਅਸੀਂ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਸਾਰੇ ਕੰਮ ਕਰ ਸਕਦੇ ਹਾਂ, ਨਹੀਂ, ਆਪਾਂ ਨੂੰ ਪਰਿਵਾਰ, ਸਮਾਜ, ਆਪਣਾ ਦੇਸ਼ ਸਭ ਕੁਝ ਨਾਲ ਲੈ ਕੇ ਹੀ ਇਹੀ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਵੀ ਝਾਂਸੀ ਦੀ ਰਾਣੀ ਨੇ ਕਿਸ ਤਰ੍ਹਾਂ ਆਪਣਾ ਸਮਾਜ, ਆਪਣਾ ਪਰਿਵਾਰ ਸਭ ਨੂੰ ਨਾਲ ਲੈ ਕੇ, ਜਿਸ ਵੇਲੇ ਅੰਦਰ ਯੁੱਧ ਚੱਲ ਰਹੇ ਸੀ ਕਿਲੇ ਦੇ ਅੰਦਰ, ਉਹਨਾਂ ਨੇ ਜਿਹੜਾ ਮੈਂ ਦੱਸਣਾ ਚਾਹੁੰਦੀ ਉਸ ਵੇਲੇ ਵੀ ਇੱਕ ਟੈਕਨੋਲੋਜੀ ਦਾ ਇਸਤੇਮਾਲ ਕੀਤਾ। ਕਹਿੰਦੇ ਕਿ ਜਿਹੜੀਆਂ ਤੋਪਾਂ ਸੀਗੀਆਂ ਨਾ, ਉਹਨਾਂ ਤੋਪਾਂ ਨੂੰ ਦੀਵਾਰਾਂ ਦੇ ਅੰਦਰ ਇਸ ਤਰ੍ਹਾਂ ਸੈੱਟ ਕਰ ਦਿੱਤਾ ਕਿ ਜਦੋਂ ਗੋਲਾ ਚੱਲਦਾ ਸੀ ਚਾਰੋਂ ਪਾਸੇ ਕਹਿੰਦੇ ਅੱਗ ਦੀਆਂ ਬੁਛਾਰਾਂ ਹੁੰਦੀਆਂ ਸੀ ਔਰ ਅੰਗਰੇਜ਼ੀ ਜਿਹੜੀ ਪਤਾ ਨਹੀਂ ਲੱਗਦਾ ਸੀਗਾ ਕਿ ਉਹ ਦੀਵਾਰ ਹੈ ਕਿ ਤੋਪ ਹੈ। ਹਾਂ, ਮਤਲਬ ਪਤਾ ਨਹੀਂ ਲੱਗ ਰਿਹਾ ਸੀ ਕਿੱਧਰੋਂ ਆ ਰਿਹਾ। ਤੇ ਅੰਗਰੇਜ਼ਾਂ ਤੇ ਇੰਨੀ ਭਾਰੀ ਪੈ ਗਈ ਸੀ ਕਿ ਉਹਨਾਂ ਲਈ ਅਸਹਿਣੀਏ ਹੋ ਗਿਆ ਸੀ। ਉਹ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਪਛਾੜਨਾ ਚਾਹੁੰਦੇ ਸੀ, ਬਟ ਇਹ ਉਹਦੀ ਬਹਾਦਰੀ ਸੀ, ਉਹਦੀ ਚਲਾਕੀ ਸੀ, ਉਹਦੀ ਇਸ ਗੱਲ ਦਾ ਮਤਲਬ ਕਿ ਉਹਦਾ ਕਿ ਕਿਸ ਤਰ੍ਹਾਂ ਟੈਕਨੋਲੋਜੀ ਲਗਾਈ ਕਿ ਵੀ ਜਿਹੜੀਆਂ ਤੋਪਾਂ ਦੀਵਾਰਾਂ 'ਚ ਲਾ ਕੇ, ਤੇ ਜਿਸ ਵੇਲੇ ਉਹ ਹਿਊ ਰੋਜ਼ ਕਹਿ ਰਹੇ ਸੀ ਕਿ ਚਾਰੋਂ ਪਾਸੇ ਇਹਨਾਂ ਨੂੰ ਘੇਰਿਆ ਹੋਇਆ, ਉਹਦੇ ਬਾਵਜੂਦ ਵੀ ਇਹਨਾਂ ਨੇ ਤਬਾਹੀ ਮਚਾ ਕੇ ਅੰਗਰੇਜ਼ੀ ਸਰਕਾਰ ਦਾ ਜਿਹੜਾ ਨਤਮਸਤਕ ਕਰ ਦਿੱਤਾ ਜੀ। ਮਤਲਬ ਅੰਗਰੇਜ਼ੀ ਸਰਕਾਰ ਦੇ ਦੰਦ ਖੱਟੇ ਕਰਨ ਦੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾ ਦਿੱਤੀ। 160 ਸਾਲਾਂ ਦੇ ਬਾਅਦ ਅਸੀਂ ਉਹਨਾਂ ਦੇ ਬਲੀਦਾਨ ਨੂੰ ਯਾਦ ਕਰਦੇ ਹਾਂ ਔਰ ਜਦੋਂ ਅਸੀਂ ਹੁਣ ਅਜੋਕੇ ਦੌਰ ਦੇ ਵਿੱਚ ਆ ਜਾਂਦੇ ਹਾਂ ਕਿਉਂਕਿ ਅਸੀਂ ਉਹਨਾਂ ਦੇ ਰੁਖਸਤ ਹੋ ਗਏ ਉਹ ਇਸ ਦੁਨੀਆ ਤੋਂ, ਤੇ ਉਹ ਤਾਂ ਚਲੋ ਗੱਲ ਜਿਹੜੀ ਹੈਗੀ ਆ ਉਹ ਅਸੀਂ ਜਿਸ ਵੇਲੇ ਮਰਜ਼ੀ ਛੇੜ ਸਕਦੇ ਹਾਂ, ਪਰ ਜੇ ਅਸੀਂ ਅੱਜ ਦੇ ਦੌਰ ਦੀ ਗੱਲ ਕਰੀਏ, ਭਵਿੱਖ ਦੀ ਗੱਲ ਕਰੀਏ, ਸਕੂਲਾਂ ਕਾਲਜਿਸ ਤੱਕ ਅਸੀਂ ਚੱਲਦੇ ਹਾਂ, ਬੱਚੇ ਸਾਡੇ ਪੜ੍ਹਦੇ ਨੇ, ਉਹਨਾਂ ਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਜੇ ਅੱਜ ਪੈਦਾ ਕਰਨਾ ਹੋਵੇ ਤੇ ਕੀ ਇਹਨਾਂ ਗਾਥਾਵਾਂ ਦਾ ਸਹਾਰਾ ਲਿਆ ਜਾਵੇ ਜਾਂ ਫਿਰ ਜਿਹੜੇ ਅਧਿਆਪਕ ਨੇ ਜਾਂ ਫਿਰ ਤੁਹਾਡੇ ਵਰਗੇ ਜਿਹੜੇ ਮਾਣਮੱਤੇ ਪ੍ਰੋਫੈਸਰਸ ਨੇ ਉਹਨਾਂ ਦਾ ਕੀ ਫਰਜ਼ ਬਣਦਾ? ਦੇਖੋ, ਇੱਥੇ ਆਪਾਂ ਦਾ ਜਿਹੜਾ ਹੈਗਾ ਇਹਦਾ ਕੰਟਰੀਬਿਊਸ਼ਨ ਜਿਹੜਾ ਇਹ 2-3 ਮੈਂ ਹਿੱਸਿਆਂ 'ਚ ਜਵਾਬ ਦਿੰਨੀ ਹਾਂ ਜੀ। ਤੇ ਉਹ ਇਸ ਤਰ੍ਹਾਂ ਹੈਗਾ ਹੈ ਕਿ ਜੇ ਅਸੀਂ ਅੱਜ ਵੀ ਇਸ ਫਰਵਰ ਨੂੰ, ਇਸ ਜੋਸ਼ ਨੂੰ ਅਸੀਂ ਜ਼ਿੰਦਾ ਰੱਖਣਾ ਚਾਹੁੰਦੇ ਨਹੀਂ, ਆਪਾਂ ਚਾਹ ਰਹੇ ਹਾਂ, ਆਪਾਂ ਪ੍ਰਯਾਸ ਕਰ ਰਹੇ ਹਾਂ, ਇਸ ਲਈ ਅੱਜ ਵੀ ਆਪਾਂ ਇਸ ਗੱਲਬਾਤ ਵਿੱਚ ਸ਼ਾਮਿਲ ਹੋਏ ਹਾਂ। ਬਿਲਕੁਲ ਉਹਦਾ ਦੇਖੋ ਸਭ ਤੋਂ ਪਹਿਲਾ ਰੋਲ ਤੇ ਹੈਗਾ ਪਰਿਵਾਰ ਦੇ ਵਿੱਚ ਮਾਤਾ ਪਿਤਾ ਦਾ। ਜਿਹੜੇ ਮਾਤਾ ਪਿਤਾ ਹੈ ਉਹਨਾਂ ਦਾ ਪਹਿਲਾ ਫਰਜ਼ ਹੈ ਕਿ ਉਹ ਆਪਣੀਆਂ ਬੱਚੀਆਂ ਦੀ ਪਾਲਣਾ ਇਸ ਤਰੀਕੇ ਨਾਲ ਕਰਨ। ਇਹ ਨਹੀਂ ਵੀ ਇਹ ਕੁੜੀਆਂ ਮੁੰਡਿਆਂ ਵਾਂਗਣ ਬਸ ਕਹਿ ਕੇ ਮੁੰਡਿਆਂ ਵਾਂਗਣ, ਤੇ ਕੁੜੀਆਂ ਨੂੰ ਮੁੰਡਿਆਂ ਵਰਗੀ ਕੋਈ ਸਿੱਖਿਆ ਦਿੱਤੀ ਨਹੀਂ ਜਾਂਦੀ।
ਕੁੜੀਆਂ ਨੂੰ ਕੁੜੀਆਂ ਵਰਗਾ ਹੀ ਰਹਿਣ ਦਿਓ, ਪਰ ਉਹਨਾਂ ਨੂੰ ਪਾਵਰ ਦੇ ਦਿਓ। ਹਾਂ, ਜ਼ਰੂਰੀ ਹੈ ਸਰੂਪ ਚੇਂਜ ਕਰਨੇ ਅਸੀਂ? ਹਾਂ, ਕਿਉਂ ਸਰੂਪ ਚੇਂਜ ਕਰਨੇ? ਉਹਨਾਂ ਨੂੰ ਇਹ ਸਿਖਾਓ ਕਿ ਤੁਸੀਂ ਆਪਣਾ ਜਿਹੜਾ ਤੁਹਾਡੀ ਡਿਊਟੀ ਹੈ, ਤੁਹਾਡਾ ਜਿਹੜਾ ਫਰਜ਼ ਹੈ, ਉਹ ਕਿੱਦਾਂ ਕਰਨਾ ਹੈ। ਉਹਨਾਂ ਨੂੰ ਉਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਵੇ ਜੀ। ਦੂਸਰੇ ਨੰਬਰ ਦੇ ਉੱਤੇ ਵਾਰੀ ਆਂਦੀ ਹੈਗੀ ਹੈ ਸਾਡੇ ਜਿਹੜੀਆਂ ਸਿੱਖਿਅਕ ਸੰਸਥਾਵਾਂ ਦੀ ਜੀ। ਜਦੋਂ ਬੱਚੇ ਪਹਿਲਾਂ ਸਕੂਲਾਂ 'ਚ ਜਾਂਦੇ ਆ ਤੇ ਉੱਥੇ ਵੀ ਇਸ ਤਰ੍ਹਾਂ ਦੇ ਉਹਨਾਂ ਦੇ ਕਾਰਿਕ੍ਰਮ ਹੀ ਹੋਣ, ਸਿਲੇਬਸ ਵਿੱਚ ਵੀ ਕੁਛ ਇਦਾਂ ਦਾ ਸ਼ਾਮਿਲ ਕੀਤਾ ਜਾਵੇ। ਉੱਥੇ ਸਾਡੀਆਂ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਤਰ੍ਹਾਂ ਦਾ ਪਾਠ्यक्रम ਤਿਆਰ ਕਰਵਾ ਦਈਏ ਕਿ ਵੀ ਜਿਹਦੇ ਵਿੱਚ ਬੱਚਿਆਂ ਦੀ ਵੀ ਭਾਵਨਾ, ਬੱਚਿਆਂ ਦੇ ਅੰਦਰ ਭਾਵਨਾ ਪੈਦਾ, ਖੇਡ ਵਿੱਚ ਬੱਚਿਆਂ ਨੂੰ ਸਿਖਾ ਦਿੱਤਾ ਜਾਵੇ ਕਿ ਵੀ ਕਿਸ ਤਰ੍ਹਾਂ ਉਹਨਾਂ ਨੇ ਆਪਣਾ, ਕਿਉਂਕਿ ਜੇ ਅਸੀਂ ਫਿਜ਼ੀਕਲੀ ਵੀ ਬੱਚਿਆਂ ਨੂੰ ਸਟਰੋਂਗ ਬਣਾਉਂਦੇ ਆ, ਇਹ ਵੀ ਸਾਡਾ ਇੱਕ ਫਰਜ਼ ਹੈ। ਦੇਖੋ ਹੁਣ ਆਪਾਂ ਆਪਣਾ ਫਰਜ਼ ਇੱਕ ਛੋਟਾ ਜਿਹਾ ਨਿਭਾਉਣ ਲੱਗੇ ਆ ਵੀ ਜੇ ਆਪਾਂ ਇੱਕ ਗੀਤ ਚਲਾ ਦਈਏ ਦੇਸ਼ ਭਗਤੀ ਦਾ, ਉਹਦੇ ਨਾਲ ਇਹ ਜਿਹੜਾ ਜਜ਼ਬਾ, ਜੋ ਗੱਲਾਂ ਸਾਡੀਆਂ ਹੁਣ ਅਸੀਂ ਕਰ ਰਹੇ ਹਾਂ, ਉਹ ਸਾਰਥਕ ਸਾਬਤ ਹੋ ਜਾਣ ਤੇ ਨਾਲ ਦੇ ਨਾਲ ਇੱਕ ਜਜ਼ਬਾ ਪੈਦਾ ਹੋ ਜਾਏ। ਸੋ ਆਪਾਂ ਸੁਣ ਲਈਏ ਜੀ ਇੱਕ ਗੀਤ। ਬਿਲਕੁਲ, ਆਓ ਸੁਣਦੇ ਹਾਂ।
धरती को स्वर्ग बनाए, इस धरती को स्वर्ग बनाए। भेदभाव सब मिलकर छोड़े, भूल जाए सब तेरा मेरा। अमृत गुना कता त्रिगुण गुना कता कता त्रिगुण धा त्रिगुण धा तेरे गत गति गन धा। भूल जाए सब तेरा मेरा, भूल जाए सब तेरा मेरा। तेरा हा 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 हा, तेरा हा 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 हा। देश मेरा स्वदेश मेरा। सा नि सा ध नि सा नि ध नि ध ध। ग ग म रे नि सा नि सा नि सा नि सा नि सा नि। सा नि सा ध नि सा नि ध नि ध ध। ग ग म रे नि सा नि सा नि सा नि सा नि सा। सा रे ग म प ध नि सा रे ग रे सा नि ध। नि ध नि प ध म प ध रे ग सा रे नि सा प ध नि सा रे ग रे सा रे नि सा नि ध प ध म प म ग रे सा नि सा धी ता ना 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 ता ना 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 धी ता ना 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 ता ना 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 धी ता ना। ਜੀ ਔਰ ਜਦੋਂ ਅਸੀਂ ਇਹੋ ਜਿਹੇ ਨਗਮੇ ਸੁਣਦੇ ਹਾਂ, ਜਦੋਂ ਇਹੋ ਜਿਹੇ ਗੀਤ ਸੁਣਦੇ ਹਾਂ ਤਾਂ ਸੱਚ ਜਾਣਿਓ ਦਿਲ ਦੇ ਵਿੱਚ ਇੱਕ ਦੇਸ਼ ਭਗਤੀ ਦਾ ਜਜ਼ਬਾ ਤਾਂ ਪੈਦਾ ਹੁੰਦਾ ਹੀ ਆ, ਪਰ ਨਾਲ ਦੀ ਨਾਲ ਇੱਕ ਤੋੜ ਜਿਹੀ ਵੀ ਲੱਗਦੀ ਆ ਵੀ ਕਿਉਂ ਨਾ ਅਸੀਂ ਆਉਣ ਵਾਲੇ ਭਵਿੱਖ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਦੇਸ਼ ਭਗਤੀ ਦੇ ਜਜ਼ਬੇ ਦੇ ਵਿੱਚ ਲਬਰੇਜ਼ ਕਰਕੇ ਕੁਝ ਨਾ ਕੁਝ ਦੱਸ ਕੇ ਜਾਈਏ, ਕੁਝ ਨਾ ਕੁਝ ਉਹਨਾਂ ਨੂੰ ਤਿਆਰ ਕਰੀਏ ਕਿ ਹਾਂ ਇਹ ਸਾਡਾ ਦੇਸ਼ ਹੈ। ਵੈਸੇ ਅਸੀਂ ਜਿੱਥੇ ਜਿੱਥੇ ਵੀ ਬੈਠੇ ਹਾਂ ਅਸੀਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਕਰਦੇ ਹਾਂ, ਉਹੀ ਸਾਡੀ ਦੇਸ਼ ਭਗਤੀ ਹੁੰਦੀ ਹੈ। ਪਰ ਫਿਰ ਵੀ ਅੱਜ ਜਦੋਂ ਅਸੀਂ ਇਤਿਹਾਸ ਉੱਤੇ ਝਾਤ ਮਾਰਦੇ ਹਾਂ ਤੇ ਫਿਰ ਗੱਲਾਂ ਉਹੀ ਹੁੰਦੀਆਂ ਨੇ ਪ੍ਰੋਫੈਸਰ ਸਾਹਿਬ ਵੀ ਮਰਦਾਨੀ ਦੀਆਂ ਗੱਲਾਂ ਹੁੰਦੀਆਂ ਨੇ, ਫਿਰ ਵਿਰਾਂਗਨੀ ਦੀਆਂ ਗੱਲਾਂ ਹੁੰਦੀਆਂ ਨੇ, ਫਿਰ ਝਾਂਸੀ ਦੀ ਰਾਣੀ ਦੀਆਂ ਗੱਲਾਂ ਹੁੰਦੀਆਂ ਨੇ ਤੇ ਬਾਗੀ ਸੁਭਾਅ ਦੀਆਂ ਗੱਲਾਂ ਹੁੰਦੀਆਂ ਨੇ। ਜਦੋਂ ਉਹਨਾਂ ਦਾ ਸੁਭਾਅ ਬਾਗੀ ਹੋ ਗਿਆ, ਜਦੋਂ ਉਹਨਾਂ ਦੇ ਵਿੱਚ ਇੱਕ ਇਨਕਲਾਬ ਪੈਦਾ ਹੋ ਗਿਆ, ਦਿਲ ਦੇ ਵਿੱਚ ਇੱਕ ਜਜ਼ਬਾ ਪੈਦਾ ਹੋ ਗਿਆ ਵੀ ਹਾਂ ਮੈਂ ਇਹਨਾਂ ਰੀਤਾਂ ਦੇ ਨਾਲ ਨਹੀਂ ਚੱਲਣਾ, ਉਹਨਾਂ ਨੇ ਇੱਕ ਪਰੰਪਰਾ ਵੀ ਤੋੜੀ। ਮੈਂ ਸੁਣਿਆ ਤੇ ਉਹ ਕਿਹੜੀ ਪਰੰਪਰਾ ਸੀਗੀ, ਕਿਹੜੀ ਜੱਦੀ ਪੁਸ਼ਤੀ ਪਰੰਪਰਾ ਸੀਗੀ ਤੇ ਕੀ ਉਹਦਾ ਲਾਭ ਹੁਣ ਤੱਕ ਦੀਆਂ ਔਰਤਾਂ ਨੂੰ ਮਿਲ ਰਿਹਾ? ਦੇਖੋ ਇਸ ਤਰ੍ਹਾਂ ਹੈਗਾ ਕਿ ਜਿਹੜੀ ਪਰੰਪਰਾ ਤੋੜਨ ਦੀ ਗੱਲ ਹੈਗੀ ਹੈ, ਮਤਲਬ ਕਿ ਉਸ ਵੇਲੇ ਦਾ ਜਿਹੜਾ ਵਾਤਾਵਰਣ ਸੀ ਉਹ ਇਹ ਵਾਤਾਵਰਣ ਸੀ ਕਿ ਜਿਹਨੂੰ ਆਪਾਂ ਕਹਿੰਦੇ ਆ ਪੈਟਰੀਆਰਕੀਕਲ ਕਲਚਰ ਕਹਿੰਦੇ ਆ ਕਿ ਵੀ ਜਿਹਦੇ ਵਿੱਚ ਜਿਹੜੇ ਵੱਡੇ ਲੋਕ ਹੈ, ਸਰਪੰਚ ਹੈ ਜਾਂ ਮਤਲਬ ਜਾਂ ਘਰ ਦੇ ਜਿਹੜੇ ਵੱਡੇ ਹੈ, ਜਾਨੀ ਹਰ ਫੈਸਲੇ ਉਹੀ ਕਰਨਗੇ। तो रानी उन्हां चीज़ां दा विरोध करदी सी, रानी उन्हां चीज़ां दा विरोध करदी सी और निडरता उहदे अंदर कुट कुट के भरी हुई सी। वो चाहे अंग्रेज़ां दा विरोध करना होवे या फिर उस समाजिक उस वेले दीयां कुरीतियां दा विरोध करना होवे। तां इहदा एक उदाहरण सानूं होर भी मिलदा है। जदों अपना चल रहा सीगा मेरठ दे विच जिस वेले इह स्वतंत्रता दी संग्राम शुरू होया, युद्ध शुरू होया, ते उस वक्त जिहड़ा उत्थे चल रहा सी ते रानी ने की ਕੀਤਾ ਇਹ ਆਪਣੀ ਮਹਿਲ ਦੇ ਅੰਦਰ ਉਹਨਾਂ ਨੇ ਇੱਕ ਸੈਰੇਮਨੀ ਕੀਤੀ ਜਿਹਨੂੰ ਉਹ ਹਲਦੀ ਤੇ ਕੁਮਕੁਮ ਸੈਰਾਮਨੀ ਕਹਿੰਦੇ ਆ ਜੀ। ਹਲਦੀ ਤੇ ਕੁਮਕੁਮ ਸੈਰਾਮਨੀ ਔਰਤਾਂ ਨੂੰ ਇਕੱਠੇ ਕਰਕੇ ਕੀਤਾ, ਇੱਕ ਜਸ਼ਨ ਜਿਹਾ ਮਨਾਇਆ। ਨਾਮ ਤੋਂ ਹੀ ਸਪਸ਼ਟ ਹੈ ਕਿ ਹਲਦੀ ਸਾਡੇ ਉਦੋਂ ਲਗਾਈ ਜਾਂਦੀ ਹੈ ਜਦੋਂ ਅਸੀਂ ਖੁਸ਼ੀ ਮਨਾਉਂਦੇ ਹਾਂ। ਬਿਲਕੁਲ। ਤੇ ਔਰਤਾਂ ਆਪਸ ਦੇ ਵਿੱਚ ਕੁਮਕੁਮ ਸ਼ੇਅਰ ਕਰਦੀਆਂ ਹੈਗੀਆਂ। ਤਾਂ ਉਹ ਇਹ ਸੰਦੇਸ਼ ਦੇ ਰਹੀ ਸੀ ਕਿ ਅਸੀਂ ਨਿਡਰ ਹੈ और ਅਸੀਂ ਜੇ ਅਗਰ ਔਰਤਾਂ ਵਾਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਦਬਾ ਦਿੱਤਾ ਜਾਏਗਾ ਤੇ ਜਾਂ ਸਾਡੇ ਤੇ ਫਰਮਾਨ ਜਾਰੀ ਕਰ ਦਿੱਤੇ ਜਾਣਗੇ ਤੇ ਜਾਂ ਫਿਰ ਅਸੀਂ ਹਮੇਸ਼ਾ ਉਹਨਾਂ ਜਿਹੜੀਆਂ ਪਹਿਲਾਂ ਦੀਆਂ ਚੱਲੀਆਂ ਆ ਰਹੀਆਂ ਹੈਗੀਆਂ ਕੁਰੀਤੀਆਂ ਜਾਂ ਆਪਾਂ ਕਾਨੂੰਨ ਕਹੀਏ ਤਾਂ ਅਸੀਂ ਉਹਨਾਂ ਦੀਆਂ ਪਾਲਣਾ ਹੀ ਕਰਦੇ ਰਵਾਂਗੇ। ਤਾਂ ਇਸ ਲਈ ਮੈਂ ਅੱਜ ਦੀਆਂ ਔਰਤਾਂ ਦੇ ਨਾਲ ਇਹ ਵੀ ਇੱਥੇ ਦੱਸ ਦੇਣਾ ਚਾਹੁੰਦੀ ਕਿ ਵੀ ਅਗਰ ਅਸੀਂ ਆਪ ਵੀ ਆਪਣੇ ਅਧਿਕਾਰ ਤੇ ਫਰਜ਼ ਦੇ ਪ੍ਰਤੀ ਜ਼ਿੰਮੇਵਾਰ ਹੈ, ਜਾਗਰਿਤ ਹੈ, ਤਾਂ ਫਿਰ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਵੀ ਅਸੀਂ ਅੱਗੇ ਵੱਧ ਕੇ ਕਿਸ ਤਰ੍ਹਾਂ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾਈਏ ਤੇ ਸਿੱਖੀਏ ਜਿਵੇਂ ਝਾਂਸੀ ਦੀ ਰਾਣੀ ਨੇ ਉਸ ਵਕਤ ਇਹ ਸਭ ਚੀਜ਼ਾਂ ਕੀਤੀਆਂ ਸੀ। ਤੇ ਇਸੇ ਲਈ ਆਪਾਂ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆਂ, ਬਾਰ-ਬਾਰ ਕਹਿੰਦੇ ਆਂ ਕਿ ਮੈਂ ਇੱਕ ਸ਼ੇਅਰ ਜਿਹਾ ਹੈਗਾ ਦੱਸਣਾ ਚਾਹੁੰਦੀ ਕਿ ਅਭੀ ਉਮਰ ਕੁਲ 23 ਕੀ ਥੀ ਮਨੁਜ ਜੀ, ਕਿਉਂਕਿ ਮਨੂ ਕਹਿੰਦੇ ਸੀਗੇ ਨਾ ਉਹਨੂੰ। ਹਾਂਜੀ। ਮਨੀਕਰਨਿਕਾ ਉਹਦਾ ਬਚਪਨ ਦਾ ਨਾਮ ਸੀ ਤੇ ਮਨੂ ਕਹਿ ਕੇ ਬੁਲਾਉਂਦੇ ਸੀ ਜੀ। ਤੇ ਹਜੇ ਉਮਰ ਕੀ ਸੀ ਦੇਖੋ ਨਾ,
ਉਹ ਬਹੁਤ ਯੰਗ ਏਜ, ਤਦੇ ਹੀ ਉਹਨੂੰ ਯੰਗ ਕੁਈਨ ਮਰਦਾਨੀ ਕਹਿੰਦੇ ਆ जी ਤੇ अभी उम्र कुल 23 की थी मनुज नहीं अवतारी थी, वो कोई अवतार नहीं लेके आई सी। बिल्कुल अभी उम्र कुल 23 की थी मनुज नहीं अवतारी थी, हमको जीवित करने आई बन स्वतंत्रता नारी थी। ਤੁਸੀਂ ਦੇਖ ਲਓ 23 ਸਾਲ ਦੀ ਉਮਰ, ਉਸ ਤੋਂ ਬਾਅਦ ਵਿੱਚ 29 ਤੱਕ ਜਾਂਦੇ ਜਾਂਦੇ ਸੁਤੰਤਰਤਾ ਉਹਦੇ ਅੰਦਰ ਜਿਹੜੀ ਸੀ ਨਾ, ਹਾਂਜੀ। ਬਈ ਅਸੀਂ ਸੁਤੰਤਰ ਤਾਂ ਹੀ ਹੋਵਾਂਗੇ ਨਾ ਜੀ। ਜੇ ਅਸੀਂ ਆਪ ਵੀ ਤਾਂ ਕੁਝ ਕਰੀਏ ਨਾ, ਜੇ ਅਸੀਂ ਆਪ ਦੇਖੋ ਕੁਝ ਅਸੀਂ ਵਕਤੋਂ ਬੇਵਕਤ ਹੋ ਜਾਂਦੇ ਆ। ਕਈ ਵਾਰੀ ਬੱਚੇ ਜਿਹੜੇ ਹੈ ਨਾ ਅੱਜ ਕੱਲ ਦੇ, ਜੇ ਆਪਾਂ ਦੌਰ ਦੀ ਗੱਲ ਕਰੀਏ ਤਾਂ ਬੱਚੇ ਉਸ ਵੇਲੇ ਜਾਗਦੇ ਆ ਜਿਸ ਵੇਲੇ ਸਮੱਸਿਆ ਸਿਰ ਤੇ ਆ ਕੇ ਖੜੀ ਹੋ ਜਾਂਦੀ ਹੈ ਨਾ, ਉਹਦੀ ਪਹਿਲਾਂ ਤਿਆਰੀ ਨਹੀਂ ਕਰਦੇ। ਪਰ ਜਦੋਂ ਅਸੀਂ ਇਤਿਹਾਸ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਆ, ਤੁਸੀਂ ਦੇਖ ਲਓ 23 ਸਾਲ ਦੀ ਉਮਰ ਦੇ ਵਿੱਚ ਵੀ ਤਿਆਰੀ, ਉਸ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਕੀਤੀਆਂ, ਭਾਵੇਂ 29 ਸਾਲ ਤੱਕ ਜਾਂਦੇ ਜਾਂਦੇ ਉਹਨਾਂ ਦੀ ਤਿਆਰੀ ਜਿਹੜੀ ਹੈ ਉਹ ਪੂਰੀ ਹੋ ਗਈ ਆ। ਮਤਲਬ ਅਸੀਂ ਪੂਰਾ ਹੋ ਗਿਆ ਇਸ ਕਰਕੇ ਕਹਿ ਦਿੰਦੇ ਆ ਵੀ ਹੁਣ ਅਸੀਂ ਲਫ਼ਜ਼ਾਂ ਦਾ ਜਿਹੜਾ ਹੈਗਾ ਨਾ ਉਹ ਤਾਲਮੇਲ ਇਹ ਵੀ ਕਾਇਮ ਕਰਨਾ ਹੈ ਵੀ ਅਸੀਂ ਬੜੇ ਸੋਧੇ ਹੋਏ ਲਫ਼ਜ਼ ਵਰਤੀਏ, ਪਰ ਉਹਦੇ ਨਾਲ ਨਾਲ ਸਾਨੂੰ ਵਕਤੋਂ ਬੇਵਕਤ ਨਹੀਂ ਹੋਣਾ ਚਾਹੀਦਾ, ਵਕਤ ਸਿਰ ਹੀ ਸਭ ਕੁਝ ਕਰ ਲੈਣਾ ਚਾਹੀਦਾ। ਇੰਨੀ ਛੋਟੀ ਉਮਰ ਦੇ ਵਿੱਚ ਝਾਂਸੀ ਦੀ ਰਾਣੀ ਦੀ ਰਾਜਨੀਤੀ ਜਿਹੜੀ ਕੂਟਨੀਤੀ ਸੀ ਉਹ ਕਿਸ ਤਰੀਕੇ ਦੀ ਸੀਗੀ? ਕਿਉਂਕਿ ਉਸ ਵੇਲੇ ਵੀ ਸਿਆਸਤ ਸੀ, ਇਸ ਵੇਲੇ ਵੀ ਸਿਆਸਤ ਹੈ, ਹੁਣ ਉਹ ਵੀ ਰਾਜਨੀਤੀ ਦੇ ਵਿੱਚ ਸੀਗੇ, ਇਸ ਵੇਲੇ ਵੀ ਬਹੁਤ ਸਾਰੀਆਂ ਸਾਡੀਆਂ ਔਰਤਾਂ ਜਿਹੜੀਆਂ ਨੇ ਉਹ ਰਾਜਨੀਤੀ ਦੇ ਵਿੱਚ ਨੇ। ਸੋ ਹੁਣ ਦੋਵਾਂ ਦਾ ਜੇ ਅਸੀਂ ਕੂਟਨੀਤੀਕਰਨ ਕਰੀਏ ਤਾਂ ਪੁਰਾਣੀ ਜਿਹੜੀ ਉਹਨਾਂ ਦੀ ਕੂਟਨੀਤੀ ਸੀ ਉਹ ਕਿਹੜੀ ਸੀ ਤੇ ਅੱਜ ਦੇ ਸਮੇਂ ਨੂੰ ਕਿੱਦਾਂ ਪ੍ਰਭਾਵਿਤ ਕਰਦੀ ਹੈ? ਦੇਖੋ ਜੇ ਆਪਾਂ ਕੂਟਨੀਤੀ ਦੀ ਗੱਲ ਕਰੀਏ, ਜਿਹੜੀ ਉਸ ਵਕਤ, ਕਿਉਂਕਿ ਉਹਨਾਂ ਦੀ ਜਿਹੜੀ ਕੂਟਨੀਤੀ ਦੀ ਆਵਸ਼ਕਤਾ ਉਹਨਾਂ ਨੂੰ ਪਈ ਝਾਂਸੀ ਦੀ ਰਾਣੀ ਨੂੰ, ਉਹ ਮੁੱਢਲੇ ਤੌਰ ਤੇ ਉਹਨਾਂ ਨੂੰ ਯੁੱਧ ਦੇ ਵਿੱਚ ਹੀ ਪਈ। ਤੋ ਉਸ ਵਕਤ ਉਹਨਾਂ ਦੀ ਸ਼ਸਤਰ ਵਿਦਿਆ ਨੇ ਉਹਨੂੰ ਬਹੁਤ ਸਹਾਇਤਾ ਕੀਤੀ ਤੇ ਉਹ ਚੀਜ਼ ਨੂੰ ਉਹਨੇ ਆਪਣੇ ਨਾਲ ਕੈਰੀ ਕਰਕੇ ਜਦੋਂ ਮਹਿਲ ਛੱਡਣਾ ਪਿਆ, ਕਿਲੇ ਤੋਂ ਚੱਲੇ ਤਾਂ ਫਿਰ ਆਪਣਾ ਪਹੁੰਚ ਗਏ ਕਲਪੀ, ਤੇ ਉਸ ਜਗ੍ਹਾ ਤੇ ਜਾ ਕੇ ਜਦੋਂ ਕੈਂਪ ਲਗਾਇਆ ਤੇ ਇੱਕ ਨਾਲ ਸੰਦੇਸ਼ ਤਾਂਤਿਆ ਟੋਪੇ ਸਿਆਸਤ ਦੇ ਨਾਲ ਸੀਗੇ ਤੇ ਨਾਨਾ ਸਾਹਿਬ ਜਿਨ੍ਹਾਂ ਦੇ ਨਾਲ ਉਹਦਾ ਬਚਪਨ ਤੋਂ ਲਿੰਕ ਸੀ, ਉਹਨੇ ਸੂਝ-ਬੂਝ ਲਗਾਈ ਆਪਣੀ। ਇਹੀ ਉਹਦੀ ਕੂਟਨੀਤੀ ਸੀ। ਉਹਨਾਂ ਨੂੰ ਬੁਲਾਇਆ, ਉਹ ਆਪਣੇ 20,000 ਸੈਨਿਕ ਲੈ ਕੇ ਉੱਥੇ ਪਹੁੰਚੇ ਔਰ ਯੁੱਧ ਦੇ ਵਿੱਚ ਉਹਨਾਂ ਨੇ ਨਾਲ ਕੀਤਾ। ਫਿਰ ਉਸ ਤੋਂ ਉੱਥੇ ਵੀ ਆ ਕੇ ਜਦੋਂ ਘੇਰਾ ਪਾ ਲਿਆ ਬ੍ਰਿਟਿਸ਼ ਸਰਕਾਰ ਨੇ ਤੇ ਉਹਨਾਂ ਨੇ ਉਹ ਵੀ ਏਰੀਆ ਛੱਡਿਆ ਤੇ ਗਵਾਲੀਅਰ ਵੱਲ ਨੂੰ ਚੱਲ ਗਏ ਤੇ ਜਦੋਂ ਜਾ ਕੇ ਗਵਾਲੀਅਰ ਦੇ ਉੱਤੇ ਕਬਜ਼ਾ ਕਰ ਲਿਆ ਤੇ ਗਵਾਲੀਅਰ ਤੇ ਕਬਜ਼ਾ ਕਰਕੇ ਤੇ ਜਦੋਂ ਉਹਨਾਂ ਨੇ ਉਹ ਵਾਲੀ ਸੈਨਾ ਨੂੰ ਆਪਣੇ ਨਾਲ ਰਲਾਇਆ, ਹਾਂਜੀ ਇਹ ਉਹਨਾਂ ਦੇ ਕੂਟਨੀਤੀ ਦੇ ਉਦਾਹਰਨ ਸੀਗੇ ਕਿ ਵੀ ਕਿਸ ਤਰ੍ਹਾਂ ਮਤਲਬ ਕਿ ਵਕਤ ਰਹਿੰਦਿਆਂ ਹੀ ਉਹਨ ਮਤਲਬ ਕਿ ਸੋਚਣ ਚ ਦੂਰਦ੍ਰਿਸ਼ਤਾ ਸੀ, ਕੂਟਨੀਤੀ ਵੀ ਸੀ, ਸੂਝ-ਬੂਝ ਸੀ, ਵਕਤ ਰਹਿੰਦਿਆਂ ਹੀ ਉਹਨਾਂ 'ਚ ਫੈਸਲਾ ਕਰ ਲੈਣ ਦੀ ਉਹਦੇ ਅੰਦਰ ਇੱਕ क्षमता ਤੇ ਉਹਦੇ ਨਾਲ ਨਾਲ ਉਸ ਚੀਜ਼ ਨੂੰ ਇੰਪਲੀਮੈਂਟ ਕਰ ਦੇਣਾ, ਜਾਨੀ ਉਹਨੂੰ ਇੱਕ ਵਾਸਤਵਿਕ ਰੂਪ ਦੇ ਦੇਣ ਦੀ ਵੀ ਉਹਦੇ ਵਿੱਚ ਕਾਬਲੀਅਤ ਸੀ। ਤੁਸੀਂ ਦੇਖ ਲਓ ਅਸੀਂ ਇਤਿਹਾਸ ਨੂੰ ਵਰਤਮਾਨ ਦੇ ਵਿੱਚ ਯਾਦ ਕਰਦੇ ਕਰਦੇ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਵਰਤਮਾਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੈ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਨਾਂ ਅਸੀਂ ਝਾਂਸੀ ਦੀ ਰਾਣੀ ਯਾਨੀ ਲక్ష్ਮੀ ਬਾਈ ਦੇ ਨਾਮ ਦੇ ਉੱਤੇ ਰੱਖਦੇ ਹਾਂ। ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ, ਕਿਹੜੀਆਂ ਇਹੋ ਜਿਹੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਂ ਜਿਹੜਾ ਹੈ ਉਹ ਬੜੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ? ਜੀ ਅੱਜ ਵੀ ਝਾਂਸੀ ਦੀ ਰਾਣੀ ਮਹਾਰਾਣੀ ਲక్ష్ਮੀ ਬਾਈ, ਮੈਂ ਤਾਂ ਇਹ ਜਦੋਂ ਨਾਮ ਵੀ ਲੈਣੀ ਮੈਂ ਗਰਵ ਮਹਿਸੂਸ ਕਰ ਰਹੀ ਹਾਂ, ਫਕਰ ਮਹਿਸੂਸ ਕਰ ਰਹੀ ਹਾਂ ਔਰ ਆਪਣੇ ਅੰਦਰ ਵੀ ਉਸ ਤਰ੍ਹਾਂ ਦੀ ਭਾਵਨਾ ਮਹਿਸੂਸ ਕਰਦੀ ਹਾਂ। ਤੇ ਇਹਦੇ ਇਸ ਆਪਣਾ ਦੂਰਦਰਸ਼ਨ ਦੇ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਦੁਆਰਾ ਬਹੁਤ ਸਾਰੇ ਜਿਹੜੇ ਮੇਰੇ ਵਰਗੀਆਂ ਜਿਹੜੀਆਂ ਔਰਤਾਂ ਔਰ ਕੁਝ ਯੰਗ ਬੱਚੇ ਆ ਉਹਨਾਂ ਦੇ ਮਨ ਦੇ ਅੰਦਰ ਵੀ ਇਸ ਤਰ੍ਹਾਂ ਦੀ ਭਾਵਨਾ ਜ਼ਰੂਰ, ਮੇਰਾ ਵਿਸ਼ਵਾਸ ਹੈ, ਪੈਦਾ ਹੋ ਰਹੀ ਹੋਏਗੀ। ਕਿਉਂਕਿ ਅੱਜ ਵੀ ਗਵਾਲੀਅਰ MP 'ਚ ਹੈ, ਹਾਂਜੀ ਮੱਧ ਪ੍ਰਦੇਸ਼ ਸਾਡੀ ਸਟੇਟ ਹੈ, ਉੱਥੇ ਯੂਨੀਵਰਸਿਟੀ ਚੱਲ ਰਹੀ ਹੈ ਮਹਾਰਾਣੀ ਲక్ష్ਮੀ ਬਾਈ ਐਕਸਲੈਂਸ ਯੂਨੀਵਰਸਿਟੀ ਵਿਦ ਐਕਸਲੈਂਸ। ਆਪਾਂ ਗੂਗਲ ਤੇ ਸਰਚ ਕਰੀਏ ਤੇ ਅਸੀਂ ਐਡਮਿਸ਼ਨ ਲੈਣ ਦਾ ਮਤਲਬ ਉਹ ਸਾਨੂੰ ਸਮਝ ਆਉਂਦਾ ਹੈ। ਗੂਗਲ ਦੇ ਉੱਤੇ ਕੱਲੀ ਐਕਸਲੈਂਸ ਯੂਨੀਵਰਸਿਟੀ ਵੀ ਲਿਖਦੇ ਹੋ ਤਾਂ ਵੀ ਆ ਜਾਂਦਾ ਹੈ, ਐਕਸਲੈਂਸ ਯੂਨੀਵਰਸਿਟੀ ਦੇ ਉੱਤੇ ਆਉਂਦਾ ਹੈ। ਫਿਰ ਮੈਡੀਕਲ ਯੂਨੀਵਰਸਿਟੀਆਂ ਹੈਗੀਆਂ ਉਹਨਾਂ ਦੇ ਨਾਮ ਤੇ, ਕੁਝ ਫਿਜ਼ੀਕਲ ਐਜੂਕੇਸ਼ਨ ਪ੍ਰੋਗਰਾਮਸ ਉਹਨਾਂ ਦੇ ਨਾਮ ਤੇ ਉੱਤੇ ਯੂਨੀਵਰਸਿਟੀਜ਼ ਦੇ ਅੰਦਰ ਐਡ ਕੀਤੇ ਗਏ ਹੈ। ਤੇ ਜੇ ਮੈਂ ਗੱਲ ਕਰਾਂ ਆਪਣਾ ਸਾਹਿਤ ਦੀ ਤੇ ਇੰਨਾ ਕੁ ਸਾਹਿਤ ਉਸ ਵਿਰੰਗਨਾ ਦੇ ਉੱਪਰ, ਉਸ ਮਰਦਾਨੀ ਦੇ ਉੱਤੇ ਲਿਖਿਆ ਗਿਆ ਤਾਂ ਕਿ ਸਾਨੂੰ ਪ੍ਰੇਰਨਾ ਮਿਲਦੀ ਰਹੇ। ਬਹੁਤ ਸਾਰੇ ਨੋਵਲਸ ਹੈ,
पोइट्री है साडी, जी। बहुत सारे गाने लिखे गए है, बिल्कुल। टीवी सीरीयल तैयार होए है, जी। बहुत सारियां फिल्मां ते फिल्माਈਆਂ ਗਈਆਂ ਹੈ जी। ਔਰ ਇਸ ਤੋਂ ਇਲਾਵਾ ਆਪਾਂ ਜਿਹੜੀ ਉਹਨਾਂ ਦਾ ਅਸਤਰ ਸ਼ਸਤਰ ਔਰ ਉਹ ਸਭ ਸੀ ਉਹਨਾਂ ਦਾ ਜਿਹੜਾ ਕਿਲਾ ਸੀ ਉਹਨੂੰ ਮਿਊਜ਼ੀਅਮ ਦੇ ਵਿੱਚ ਬਦਲ ਦਿੱਤਾ ਗਿਆ ਹੈਗਾ ਵੈ। ਬਿਲਕੁਲ। ਇੱਥੇ ਹੀ ਇਹ ਗੱਲ ਖਤਮ ਨਹੀਂ ਹੋ ਜਾਂਦੀ। ਜੀ। ਰਾਣੀ ਮਹਾਰਾਣੀ ਲక్ష్ਮੀ ਬਾਈ ਸਾਡੀ ਜਿਹੜੀ ਇੰਡੀਅਨ ਆਰਮੀ ਹੈ ਜੀ ਉਹਦੇ ਅੰਦਰ ਵੀ ਰਾਣੀ ਆਫ ਝਾਂਸੀ ਰੈਜੀਮੈਂਟ ਹੈ ਜੀ। ਰਾਣੀ ਆਫ ਝਾਂਸੀ ਰੈਜੀਮੈਂਟ ਹੈ। ਔਰ ਇਸ ਤੋਂ ਇਲਾਵਾ ਕੁਝ ਸਾਡਾ ਜਿਹੜਾ ਕੋਸਟਲ ਗਾਰਡਸ਼ਿਪ ਹੈ ਪ੍ਰੋਗਰਾਮ ਉਹਦੇ ਅੰਦਰ ਵੀ ਉਹਨਾਂ ਦਾ ਸ਼ਾਮਿਲ ਕੀਤਾ ਗਿਆ ਹੈ। ਸੋ ਸ਼ੀ ਵਾਜ਼ ਅ ਬ੍ਰੇਵ ਯੰਗ ਕੁਈਨ ਮਰਦਾਨੀ ਝਾਂਸੀ ਵਾਲੀ ਰਾਣੀ ਜੀ। ਦੇਖੋ ਕਿੰਨਾ ਫਖਰ ਮਹਿਸੂਸ ਕਰਦੇ ਆ ਨਾ, ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਆ, ਉਹਨਾਂ ਦੇ ਵਿਚਾਰਾਂ ਨੂੰ ਸਲਾਮ ਕਰਦੇ ਆ, ਉਹਨਾਂ ਦੇ ਸੁਭਾਅ ਨੂੰ ਸਲਾਮ ਕਰਦੇ ਆ, ਹੈ ਨਾ, ਉਹਨਾਂ ਦੇ ਇਨਕਲਾਬ ਨੂੰ ਸਲਾਮ ਕਰਦੇ ਆ, ਉਹ ਝੰਡਾ ਜਿਹੜਾ ਉਹਨਾਂ ਨੇ ਚੁੱਕਿਆ ਉਹਨੂੰ ਸਲਾਮ ਕਰਦੇ ਆ। ਸਮਕਾਲੀਨ ਉਹਨਾਂ ਦੇ ਜਿਹੜੇ ਨਾਲ ਦੇ ਸੀਗੇ, ਚਾਹੇ ਉਹ ਰਘਬੀਰ ਸਿੰਘ ਉਹਨਾਂ ਦੀ ਗੱਲ ਕਰ ਲਈਏ, ਚਾਹੇ ਅਸੀਂ ਉਹਨਾਂ ਦੇ ਤਾਂਤੀਆ ਟੋਪੇ ਦੀ ਗੱਲ ਕਰ ਲਈਏ, ਹਾਂਜੀ, ਤੇ ਹਰ ਇੱਕ ਤਬਕੇ ਦਾ ਬੰਦਾ ਜਿਹੜਾ ਹੈ ਉਹ ਉਹਨਾਂ ਦੇ ਨਾਲ ਸੀ, ਝੰਡੇ ਹੇਠਾਂ ਜਿਹੜਾ ਹੈ ਨਾ ਉਹ ਇਕੱਠਾ ਹੋ ਗਿਆ। ਬਿਲਕੁਲ। ਸੋ ਹੁਣ ਜਦੋਂ ਅਸੀਂ ਇਦਾਂ ਦੀ ਦੇਸ਼ ਭਗਤੀ ਦੇ ਜਜ਼ਬੇ ਵਿੱਚ ਆਪਣੇ ਆਪ ਨੂੰ ਲੀਨ ਕਰਦੇ ਆ ਤੇ ਸਮੇਂ ਵਾਲਾ ਮੈਂ ਨਾ ਥੋੜਾ ਵੇਖਦਾ ਸੀਗਾ ਕਿ ਸਮਾਂ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਐ ਨਾ ਮੁੱਠੀ ਦੇ ਵਿੱਚੋਂ ਨਾ ਰੇਤ ਦੀ ਤਰ੍ਹਾਂ ਕਿਰਦਾ ਜਾਂਦਾ, ਪਤਾ ਨਹੀਂ ਲੱਗਦਾ, ਹੈ ਨਾ। ਸੋ ਸਮੇਂ ਸਿਰ ਹੀ ਜਿਹੜਾ ਹੈ ਉਹ ਹਰ ਕੰਮ ਦੇਸ਼ ਭਗਤੀ ਦਾ, ਚਾਹੇ ਜਜ਼ਬਾ ਹੋਵੇ, ਚਾਹੇ ਸਕੂਲਾਂ ਕਾਲਜਾਂ ਦੇ ਬੱਚਿਆਂ ਦੀ ਸਿੱਖਿਆ ਹੋਵੇ, ਉਹ ਹੋ ਜਾਣੀ ਚਾਹੀਦੀ ਹੈ। ਸੋ ਹੁਣ ਸਮਾਂ ਇਹ ਕਹਿੰਦਾ ਵੀ ਆਪਣੇ ਕੋਲ 1 ਮਿੰਟ ਦਾ ਹੀ ਸਮਾਂ ਰਹਿ ਗਿਆ ਤੇ ਜਾਂਦੇ ਜਾਂਦੇ ਤੁਹਾਡੇ ਕੋਲੋਂ ਸੰਦੇਸ਼ ਲੈਣਾ। ਔਰ ਦੂਸਰੀ ਗੱਲ ਇਹ ਕਿ ਝਾਂਸੀ ਦੀ ਰਾਣੀ ਨੂੰ ਅੱਜ ਯਾਦ ਕਰਦਿਆਂ ਹੋਇਆਂ ਇੱਕ ਦਿਲ ਦੇ ਵਿੱਚ ਜਜ਼ਬਾ ਵੀ ਭਰ ਕੇ ਲੈ ਕੇ ਜਾਣਾ ਕਿ ਵਾਕਈ ਇਹ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਆ ਇਹ ਵੀ ਦੇਸ਼ ਭਗਤ ਨੇ ਤੇ ਅਸੀਂ ਵੀ ਬੈਠੇ ਬੈਠੇ ਆਪਣੇ ਫਰਜ਼ਾਂ ਨੂੰ ਜਿਹੜਾ ਹੈ ਉਹ ਪੂਰਾ ਕਰ ਰਹੇ ਹਾਂ। ਬਿਲਕੁਲ। ਇਹ ਉਪਰਾਲਾ ਜਿਹੜਾ ਦੂਰਦਰਸ਼ਨ ਵੱਲੋਂ ਕੀਤਾ ਗਿਆ ਸਾਡੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਉੱਤੇ ਵਾਕਈ ਤਾਰੀਫੇ ਕਾਬਿਲ ਹੈ। ਔਰ ਇਹ ਜਿਹੜੀ ਭਾਵਨਾ ਹੈ ਕਿਉਂਕਿ ਰਾਣੀ ਤਾਂ ਵੀਰ ਗਤੀ ਨੂੰ ਪ੍ਰਾਪਤ ਹੋ ਗਈ ਸੀ ਔਰ ਗੱਲ ਕਰਦਿਆਂ ਜੋ ਅਸੀਂ ਹੁਣ ਵੀ ਗੱਲ ਕਰ ਰਹੇ ਅੱਖਾਂ ਅੱਗੇ ਤੈਰ ਰਿਹਾ ਸਾਰਾ ਕੁਝ ਕਿ ਕਿਸ ਤਰ੍ਹਾਂ ਰਾਣੀ ਨੇ ਸੀਕੁਐਂਸ ਵਾਈਜ਼ ਦੇਖੋ ਨਾ ਥੋੜੇ ਟਾਈਮ ਦੇ ਵਿੱਚ ਮਤਲਬ ਕਿ ਪਾਲਣਾ ਵੀ ਹੋਈ ਔਰ ਵਿਰੋਧ ਵੀ ਕੀਤੇ, ਕਾਨੂੰਨ ਬਣਾਏ, ਆਪਣੇ ਆਪ ਨੂੰ ਸੁਰੱਖਿਅਤ ਕੀਤਾ। ਜੇ ਆਪਾਂ ਇੱਦਾਂ ਸਾਰਾ ਦੇਖੀਏ ਤਾਂ ਇੱਦਾਂ ਲੱਗਦਾ ਕਿ ਜਿੱਦਾਂ ਰਾਣੀ ਦੇ ਮਨ ਦੇ ਵਿੱਚ ਪਹਿਲਾਂ ਹੀ ਕੰਪਿਊਟਰਾਈਜ਼ਡ ਹੋਇਆ ਸੀ ਸਾਰਾ ਕੁਝ ਜੀ। ਮਤਲਬ ਤੁਸੀਂ ਦੇਖੋ ਕਿੰਨੇ ਮਤਲਬ ਇੱਕ ਸਲੀਕੇ ਦੇ ਨਾਲ ਇੱਕ ਤਰੀਕੇ ਵਾਈਜ਼ ਇਹ ਸਾਰਾ ਕੰਮ ਹੋਇਆ। ਮਤਲਬ ਅਸੀਂ ਤਾਂ ਉਸ ਵਕਤ ਦੇ ਵਿਟਨੈਸ ਨਹੀਂ ਹੈ, ਸੋ ਇਤਿਹਾਸ ਦੇ ਥਰੂ ਸਾਨੂੰ ਇਹ ਪਤਾ ਲੱਗਦਾ। ਸੋ ਇਸ ਤਰ੍ਹਾਂ ਜਿਹੜੀ ਰਾਣੀ 18 ਜੂਨ ਨੂੰ ਕੋਟੇ ਕੀ ਸਰਾਏ ਦੇ ਨੇੜੇ ਫੂਲ ਬਾਗ ਜਿਹੜਾ ਗਵਾਲੀਅਰ ਦੇ ਵਿੱਚ ਹੈਗਾ ਉੱਥੇ ਉਹ ਵੀਰ ਗਤੀ ਨੂੰ ਪ੍ਰਾਪਤ ਹੋ ਗਏ ਔਰ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਬਾਰੇ ਅੰਗਰੇਜ਼ ਵੀ ਲਿਖਦੇ ਹੈ। ਈਵਨ ਆਫਟਰ 10 ਈਅਰ ਉਹਦੀ ਡੈਥ ਦੇ 10 ਸਾਲਾਂ ਬਾਅਦ ਵੀ ਇਹ ਲਿਖਿਆ ਗਿਆ ਹਿਸਟਰੀ ਆਫ ਇੰਡੀਅਨ ਮਿਊਟੀਨਿਟੀ ਦੇ ਅੰਦਰ ਜਿਹਦਾ ਵੋਲਿਊਮ 3 ਕਿ ਬਈ ਸ਼ੀ ਲਿਵਡ ਐਂਡ ਡਾਈਡ ਫਾਰ ਹਰ ਕੰਟਰੀ, ਵੀ ਕੈਨ ਨਾਟ ਫੋਰਗੇਟ ਹਰ ਕੰਟਰੀਬਿਊਸ਼ਨ ਫਾਰ ਇੰਡੀਆ, ਵੀ ਕੈਨ ਨੈਵਰ ਫੋਰਗੇਟ ਹਰ ਕੰਟਰੀਬਿਊਸ਼ਨ ਫਾਰ ਇੰਡੀਆ। ਉਹਨੇ ਜਿਹੜੀ ਮਿਸਾਲ ਸੁਤੰਤਰਤਾ ਦੀ ਉਠਾਈ ਸੀ, ਜਲਾਈ ਸੀ, ਉਹ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਜਲ ਰਹੀ ਹੈ ਤੇ ਸਾਡੇ ਤੇ ਜੇ ਕੋਈ ਇਸ ਤਰ੍ਹਾਂ ਦੀ ਵਿਵਸਥਾ ਆਉਂਦੀ ਹੈ ਤੇ ਸਾਨੂੰ ਇਹ ਸਬਕ ਮਿਲਦਾ ਹੈ ਕਿ ਅਸੀਂ ਕਿਸ ਤਰ੍ਹਾਂ ਆਪਣਾ ਆਪ ਲਗਾ ਕੇ ਅਸੀਂ ਉਸ ਜਿਹੜੀ ਹੈ ਹਾਰ ਨੂੰ ਜਿੱਤ ਵਿੱਚ ਬਦਲੀਏ। ਬਿਲਕੁਲ ਜੀ। ਔਰ ਇਹੀ ਜਜ਼ਬਾ ਜਿਹੜਾ ਹੈ ਉਹ ਸਾਡੇ ਵਿੱਚ ਹੋਣਾ ਚਾਹੀਦਾ। ਸਭਨਾ ਤੋਂ ਉੱਚੀ ਤੇਰੀ ਸ਼ਾਨ ਵੇ ਤਿਰੰਗਿਆ, ਤੂੰ ਹੀ ਸਾਡਾ ਮਾਣ ਸਨਮਾਨ ਵੇ ਤਿਰੰਗਿਆ। ਸੋ ਤਿਰੰਗੇ ਨੂੰ ਸਲਾਮ ਅਰਜ਼ ਕਰਦਿਆਂ ਹੋਇਆਂ ਅੱਜ ਸ਼ਹੀਦਾਂ ਨੂੰ ਯਾਦ ਵੀ ਕੀਤਾ ਤੇ ਨਾਲ ਦੀ ਨਾਲ ਤੁਹਾਡੇ ਨਾਲ ਸਾਂਝ ਵੀ ਪਾ ਕੇ ਰੱਖੀ। ਤੁਸੀਂ ਇੰਨਾ ਸਮਾਂ ਕੱਢਿਆ ਪ੍ਰੋਫੈਸਰ ਤ੍ਰਿਪਤਾ ਹਾਂਡਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਵਸਦਾ ਰਹੇ ਮੇਰਾ ਸੋਹਣਾ ਹਿੰਦੁਸਤਾਨ, ਸਭ ਤੋਂ ਸੋਹਣੀ ਸਭ ਤੋਂ ਵੱਖਰੀ ਨਿਆਰੀ ਇਸ ਦੀ ਸ਼ਾਨ। ਹੱਸਦਾ ਰਹੇ ਵਸਦਾ ਰਹੇ